ਧੰਨ ਧੰਨ ਜਗਤ ਗੁਰੂ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਪਿਆਰੀ ਸਾਧ ਸੰਗਤ ਜੀ, ਜੈ ਗੁਰਦੇਵ, ਧੰਨ ਗੁਰਦੇਵ। ਅੱਜ ਦੇ ਪਾਵਨ ਤੇ ਪਵਿੱਤਰ ਸ਼ਬਦ ਦੇ ਵਿੱਚ ਧੰਨ ਧੰਨ ਜਗਤ ਗੁਰੂ ਸਤਿਗੁਰੂ ਰਵਿਦਾਸ ਮਹਾਰਾਜ ਜੀ ਜੀਵਾਂ ਨੂੰ ਇਹ ਸਮਝਾ ਰਹੇ ਨੇ ਕਿ ਭਾਈ ਭਗਤੀ ਕੀ ਹੁੰਦੀ ਹੈ। ਤੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਉਹਨਾਂ ਵਹਿਮਾਂ ਭਰਮਾਂ ਦਾ ਖੰਡਨ ਕਰਦੇ ਨੇ ਜਿਨ੍ਹਾਂ ਨੂੰ ਲੋਕ ਭਗਤੀ ਸਮਝੀ ਬੈਠੇ ਨੇ। ਤੇ ਅੱਜ ਦੇ ਪਾਵਨ ਪਵਿੱਤਰ ਸ਼ਬਦ ਵਿੱਚ ਧੰਨ ਧੰਨ ਜਗਤ ਗੁਰੂ ਸਤਿਗੁਰੂ ਰਵਿਦਾਸ ਮਹਾਰਾਜ ਜੀ ਸਾਨੂੰ ਸੱਚੀ ਭਗਤੀ ਕੀ ਹੁੰਦੀ ਹੈ ਅਤੇ ਅਡੰਬਰ ਪਖੰਡ ਕੀ ਹੁੰਦੇ ਨੇ ਸਾਧ ਸੰਗਤ ਜੀ ਸਮਝਾ ਰਹੇ ਨੇ। ਤੇ ਪ੍ਰਮਾਤਮਾ ਦੇ ਨਾਲ ਸੱਚੀ ਪ੍ਰੀਤ ਕਰਕੇ ਸੱਚ ਦੇ ਮਾਰਗ ਤੇ ਚੱਲਣ ਦਾ ਪਾਵਨ ਤੇ ਪਵਿੱਤਰ ਉਪਦੇਸ਼ ਬਖਸ਼ਿਸ਼ ਕਰਦੇ ਨੇ ਤੇ ਫਰਮਾਉਂਦੇ ਨੇ ਕਿ ਜਿਸ ਕਰਮ ਕਾਂਡਾਂ ਨੂੰ ਵਹਿਮਾਂ ਭਰਮਾਂ ਨੂੰ ਇਹ ਜੋ ਸੰਸਾਰ ਭਗਤੀ ਸਮਝੀ ਬੈਠਾ ਆ, ਭਾਈਓ ਭਗਤੀ ਨਹੀਂ ਹੈ, ਸਭ ਭਰਮ ਹੈ। ਐਸੀ ਭਗਤ ਨਾ ਹੋਈ ਰਹਿ ਭਾਈ, ਰਾਮ ਨਾਮ ਬਿਨ ਜੋ ਕੁਛ ਕਰੀਐ, ਸੋ ਸਭ ਭਰਮ ਕਹਾਈ ਟੇਕ। ਸਤਿਗੁਰੂ ਰਵਿਦਾਸ ਮਹਾਰਾਜ ਜੀ ਸਮਝਾਣਾ ਕਰਦੇ ਨੇ ਕਿ ਹੇ ਭਾਈ, ਇਹ ਅਡੰਬਰਾਂ ਦੇ ਨਾਲ ਪ੍ਰਮਾਤਮਾ ਦੀ ਭਗਤੀ ਨਹੀਂ ਜੇ ਹੁੰਦੀ। ਇਹ ਜੋ ਜੀਵ ਹੈ ਸਾਧ ਸੰਗਤ ਜੀ, ਪ੍ਰਮਾਤਮਾ ਦੇ ਨਾਮ ਤੋਂ ਬਿਨਾਂ ਜੋ ਕੁਝ ਵੀ ਕਰਦਾ ਆ ਉਹ ਸਭ ਕੁਝ ਭਰਮ ਕਿਹਾ ਜਾਂਦਾ ਹੈ। ਐਸੀ ਭਗਤ ਨਾ ਹੋਈ ਰਹਿ ਭਾਈ, ਰਾਮ ਨਾਮ ਬਿਨ ਜੋ ਕੁਛ ਕਰੀਏ, ਸੋ ਸਭ ਭਰਮ ਕਹਾਈ। ਕਿ ਭਾਈ ਸਿਮਰਨ ਤੋਂ ਬਗੈਰ ਜਿੰਨੇ ਵੀ ਅਸੀਂ ਕਰਮ ਕਾਂਡ ਪ੍ਰਮਾਤਮਾ ਦੇ ਨਾਮ ਤੇ ਕਰਦੇ ਆਂ, ਸਤਿਗੁਰੂ ਜੀ ਫਰਮਾਉਂਦੇ ਨੇ ਭਾਈ ਉਹ ਸਾਰੇ ਵਹਿਮ ਭਰਮ ਨੇ, ਅਡੰਬਰ ਨੇ, ਪਖੰਡ ਨੇ। ਸਤਿਗੁਰਾਂ ਨੇ ਰਾਗ ਧਨਾਸਰੀ ਦੇ ਵਿੱਚ ਆਰਤੀ ਰੂਪੀ ਸ਼ਬਦ ਵੀ ਸਾਧ ਸੰਗਤ ਜੀ ਉੱਥੇ ਵੀ ਸਾਨੂੰ ਸਮਝਾਇਆ ਆ, ਹਰ ਕੇ ਨਾਮ ਬਿਨਾ ਝੂਠੇ ਸਗਲ ਪਸਾਰੇ। ਕਿ ਭਾਈ ਪ੍ਰਮਾਤਮਾ ਦੇ ਨਾਮ ਤੋਂ ਬਗੈਰ ਸਭ ਝੂਠਾ ਹੈ। ਜਿੰਨੇ ਵੀ ਅਡੰਬਰ ਪਖੰਡ ਅਸੀਂ ਕਰਦੇ ਹਾਂ, ਸਤਿਗੁਰੂ ਅਰਜਨ ਦੇਵ ਮਹਾਰਾਜ ਜੀ ਫਰਮਾਉਂਦੇ ਨੇ ਪ੍ਰਭ ਕਾ ਸਿਮਰਨ ਸਭ ਤੇ ਉੱਚਾ। ਕਿ ਭਾਈ ਉਸ ਪਰਮ ਪਿਤਾ ਪ੍ਰਮਾਤਮਾ ਦਾ ਨਾਮ ਹੀ ਸਭ ਤੋਂ ਵੱਡਾ ਆ। ਬਾਕੀ ਜਿੰਨੇ ਵੀ ਪ੍ਰਮਾਤਮਾ ਨੂੰ ਖੁਸ਼ ਕਰਨ ਵਾਸਤੇ ਅਸੀਂ ਜੋਤ, ਧੀਪ, ਦੀਪ, ਅਗਰਬੱਤੀ ਅਸੀਂ ਜਗਾਉਂਦੇ ਹਾਂ ਸਾਧ ਸੰਗਤ ਜੀ, ਪ੍ਰਮਾਤਮਾ ਨੂੰ ਖੁਸ਼ ਕਰਨ ਵਾਸਤੇ ਵਰਤ ਰੱਖਦੇ ਹਾਂ। ਅੱਜ ਸਾਨੂੰ ਸਤਿਗੁਰੂ ਜੀ ਸਮਝਾ ਰਹੇ ਨੇ ਕਿ ਭਾਈ ਇਹ ਸਭ ਭਰਮ ਹੈ। ਭਗਤ ਨ ਰਸਦਾਨ, ਭਗਤ ਨ ਕਥੈ ਗਿਆਨ, ਭਗਤ ਨਾ ਬਨ ਮੈਂ ਗੁਫਾ ਖੁਦਾਈ। ਸਤਿਗੁਰੂ ਰਵਿਦਾਸ ਮਹਾਰਾਜ ਜੀ ਸਮਝਾਣਾ ਕਰਦੇ ਨੇ ਕਿ ਭਾਈ ਪ੍ਰਮਾਤਮਾ ਦੀ ਸੱਚੀ ਪ੍ਰੀਤੀ ਤੋਂ ਬਿਨਾਂ ਰਸਦਾਨ ਕਰਨਾ, ਇਹ ਕਥਾ ਗਿਆਨ ਕਰਨਾ ਭਗਤੀ ਨਹੀਂ ਨੇ। ਜੰਗਲਾਂ ਪਹਾੜਾਂ ਦੇ ਵਿੱਚ ਜਾ ਕੇ ਗੁਫਾਵਾਂ ਦੇ ਵਿੱਚ ਰਹਿਣਾ, ਸਤਿਗੁਰੂ ਰਵਿਦਾਸ ਮਹਾਰਾਜ ਜੀ ਫਰਮਾਉਂਦੇ ਭਾਈ ਇਹ ਭਗਤੀ ਨਹੀਂ ਨੇ। ਭਗਤ ਨ ਰਸਦਾਨ, ਭਗਤ ਨ ਕਥੈ ਗਿਆਨ, ਭਗਤ ਨ ਬਨ ਮੈਂ ਗੁਫਾ ਖੁਦਾਈ। ਕਿ ਭਾਈ ਪ੍ਰਮਾਤਮਾ ਦਾ ਭਗਤ ਜੰਗਲਾਂ ਪਹਾੜਾਂ ਦੇ ਵਿੱਚ ਜਾ ਕੇ ਪ੍ਰਮਾਤਮਾ ਦੀ ਖੋਜ ਨਹੀਂ ਜੇ ਕਰਦਾ। ਉਸ ਪ੍ਰਮਾਤਮਾ ਦਾ ਭਗਤ ਪ੍ਰਮਾਤਮਾ ਨੂੰ ਧਾਰਮਿਕ ਸਥਾਨਾਂ ਦੇ ਵਿੱਚ ਸਾਧ ਸੰਗਤ ਜੀ ਨਹੀਂ ਜੇ ਲੱਭਦਾ। ਸਗੋਂ ਪਰਮ ਪਿਤਾ ਪ੍ਰਮਾਤਮਾ ਦਾ ਜੋ ਭਗਤ ਹੈ ਸਾਧ ਸੰਗਤ ਜੀ, ਉਹ ਆਪਣੇ ਅੰਦਰੋਂ ਖੋਜ ਕਰਦਾ ਹੈ। ਪਹਿਲਾਂ ਤਾਂ ਗੁਰੂ ਲੱਭਦਾ ਹੈ ਤੇ ਜਦੋਂ ਸੱਚਾ ਗੁਰੂ ਉਸ ਨੂੰ ਮਿਲ ਜਾਵੇ ਸਾਧ ਸੰਗਤ ਜੀ, ਆਪਣੇ ਅੰਦਰੋਂ ਸੱਚ ਦੀ ਖੋਜ ਕਰਦਾ ਹੈ। ਕਿਉਂਕਿ ਗੁਰੂ ਵੀ ਉਹੀ ਸੱਚਾ ਸਾਧ ਸੰਗਤ ਜਿਸ ਨੇ ਆਪਣੇ ਅੰਦਰੋਂ ਸੱਚ ਦੀ ਖੋਜ ਕੀਤੀ ਹੋਵੇ। ਤੇ ਸੰਸਾਰ ਦੇ ਵਿੱਚ ਸਾਧ ਸੰਗਤ ਜੀ ਜੋ ਸੱਚਾ ਗੁਰੂ ਹੈ ਨਾ, ਉਹ ਜੀਵਾਂ ਨੂੰ ਭਰਮਾਉਂਦਾ ਨਹੀਂ ਹੈ। ਸੱਚਾ ਗੁਰੂ ਕਦੇ ਵੀ ਜੀਵਾਂ ਨੂੰ ਵਹਿਮਾਂ ਭਰਮਾਂ ਅਡੰਬਰਾਂ ਪਖੰਡਾਂ ਦੇ ਵਿੱਚ ਨਹੀਂ ਜੀ ਪਾਉਂਦਾ। ਤੇ ਸੱਚਾ ਗੁਰੂ ਉਹੀ ਹੁੰਦਾ ਹੈ, ਸਤਿਗੁਰੂ ਜੀ ਫਰਮਾਉਂਦੇ ਨੇ ਭਾਈ, ਜਿਸ ਨੇ ਆਪਣੇ ਅੰਦਰੋਂ ਸੱਚ ਦੀ ਖੋਜ ਕੀਤੀ ਹੋਵੇ। ਤੇ ਜੋ ਜੀਵ ਐਸੇ ਸੰਤਾਂ ਦੇ ਨਾਲ ਜੁੜਦਾ ਆ, ਜੋ ਜੀਵ ਐਸੇ ਗੁਰੂ ਦੇ ਨਾਲ ਜੁੜਦਾ ਆ, ਉਹ ਵੀ ਆਪਣੇ ਅੰਦਰੋਂ ਹੀ ਖੋਜ ਕਰਦਾ ਹੈ। ਕਿਉਂਕਿ ਗੁਰਬਾਣੀ ਦਾ ਫਰਮਾਨ ਹੈ ਸਾਧ ਸੰਗਤ ਜੀ, ਸਤਿਗੁਰਾਂ ਦਾ ਫਰਮਾਨ ਹੈ, ਸਭ ਕੁਝ ਕਰਮੈ ਬਾਹਰ ਨਾਹੀ, ਬਾਹਰ ਢੋਲੇ ਸੋ ਭਰਮ ਭੁਲਾਈ। ਕਿ ਭਾਈ ਜੋ ਕੁਝ ਹੈ ਉਹ ਸਾਡੇ ਅੰਦਰ ਹੀ, ਇਸ ਸਰੀਰ ਦੇ ਵਿੱਚ ਹੀ ਹੈ।
ਇਹ ਸਾਧ ਸੰਗਤ ਜੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਨੇ ਬੜੀ ਹੀ ਸੋਹਣੀ ਪਾਵਨ ਪਵਿੱਤਰ ਜੋ ਗੱਲ ਕੀਤੀ ਹੈ। ਅਪਤਨ ਕਾ ਜੋ ਕਰੈ ਵਿਚਾਰ, ਤਿਸ ਨਹੀਂ ਜਮ ਕੰਕਰ ਕਰੈ ਖੁਆਰ। ਕਿ ਭਾਈ ਜੋ ਆਪਣੇ ਸਰੀਰ ਦੀ ਵਿਚਾਰ ਕਰ ਲੈਂਦਾ ਨਾ ਸਾਧ ਸੰਗਤ ਜੀ, ਉਸ ਨੂੰ ਫਿਰ ਜਮਾਂ ਦਾ ਡਰ ਨਹੀਂ ਜੀ ਰਹਿੰਦਾ। ਕਿਉਂਕਿ ਦੁਨੀਆ ਦੀ ਸਭ ਤੋਂ ਜੋ ਪਵਿੱਤਰ ਚੀਜ਼ ਹੈ ਸਾਧ ਸੰਗਤ ਜੀ, ਸਾਡਾ ਸਰੀਰ ਹੀ ਹੈ। ਸਤਿਗੁਰ ਪੀਪਾ ਮਹਾਰਾਜ ਜੀ ਫਰਮਾਉਂਦੇ ਨੇ, ਜੋ ਬ੍ਰਹਮੰਡੈ ਸੋਈ ਪਿੰਡੈ, ਜੋ ਖੋਜੇ ਸੋ ਪਾਵੇ। ਕਿ ਜੋ ਪ੍ਰਮਾਤਮਾ ਬ੍ਰਹਮੰਡ ਦੇ ਵਿੱਚ ਹੈ ਸਾਧ ਸੰਗਤ ਜੀ, ਉਹ ਪ੍ਰਮਾਤਮਾ ਸਾਡੇ ਸਰੀਰ ਦੇ ਵਿੱਚ ਵੀ ਹੈ, ਪਰ ਮਿਲਦਾ ਸੱਚੇ ਗੁਰਾਂ ਦੇ ਗਿਆਨ ਦੇ ਨਾਲ ਹੀ ਹੈ। ਜੇਕਰ ਅਸੀਂ ਬਾਹਰ ਲੱਭਾਂਗੇ, ਸਤਿਗੁਰੂ ਜੀ ਫਰਮਾਉਂਦੇ ਉਹ ਭਰਮ ਹੈ ਭਾਈ। ਸਭ ਕੁਝ ਕਰਮੈ ਬਾਹਰ ਨਾਹੀ, ਬਾਹਰ ਢੋਲੇ ਸੋ ਭਰਮ ਭੁਲਾਈ। ਤੇ ਜੋ ਪ੍ਰਮਾਤਮਾ ਨੂੰ ਬਾਹਰ ਲੱਭ ਰਹੇ ਨੇ ਨਾ ਸਾਧ ਸੰਗਤ ਜੀ, ਸਤਿਗੁਰੂ ਜੀ ਫਰਮਾਉਂਦੇ ਭਾਈ ਉਹ ਭਰਮ ਦੇ ਵਿੱਚ ਨੇ। ਜੈ ਕਾਰਨ ਤਟ ਤੀਰਥ ਜਾਈ, ਰਤਨ ਪਦਾਰਥ ਕਟਿ ਮਾਈ। ਧੂਪ ਦੀਪ ਨਵੇਦਈ ਬਾਸਾ, ਕੈਸੇ ਪੂਜ ਕਰੈ ਤੇਰੀ ਦਾਸਾ। ਤਨ ਮਨ ਅਰਪੋ ਪੂਜ ਚਰਾਓ, ਗੁਰ ਪ੍ਰਸਾਦ ਨਿਰੰਜਨ ਪਾਓ। ਇਹ ਕਿੰਨੀਆਂ ਪਾਵਨ ਪਵਿੱਤਰ ਗੱਲਾਂ ਸਤਿਗੁਰਾਂ ਨੇ ਸਾਨੂੰ ਸਿਰਫ ਸਮਝਾਉਣ ਵਾਸਤੇ ਕਿ ਹੇ ਜੀਵ ਤੂੰ ਵਹਿਮਾਂ ਭਰਮਾਂ ਚੋਂ ਨਿਕਲ। ਧੂਪ ਦੀਪ ਨਵੇਦਈ ਬਾਸਾ, ਕੈਸੇ ਪੂਜ ਕਰੈ ਤੇਰੀ ਦਾਸਾ। ਕਿ ਭਾਈਓ ਪਰਮ ਪਿਤਾ ਪ੍ਰਮਾਤਮਾ ਇਹ ਧੂਪਾਂ ਜਗਾਉਣ ਦੇ ਨਾਲ, ਅਗਰਬੱਤੀਆਂ ਜੋਤਾਂ ਜਗਾਉਣ ਦੇ ਨਾਲ ਖੁਸ਼ ਨਹੀਂ ਜੀ ਹੋਣਾ। ਸਾਧ ਸੰਗਤ ਜੀ ਇਹ ਸੱਚ ਹੈ ਕਿ ਪਰਮ ਪਿਤਾ ਪ੍ਰਮਾਤਮਾ ਜਦੋਂ ਅਸੀਂ ਚੰਗੇ ਕਾਰਜ ਕਰਦੇ ਹਾਂ ਨਾ ਸਾਧ ਸੰਗਤ ਜੀ, ਜਦੋਂ ਅਸੀਂ ਸੱਚ ਦੇ ਮਾਰਗ ਤੇ ਚੱਲਦੇ ਹਾਂ, ਉਹ ਗਲਵਕੜੀ ਲੈ ਕੇ ਸਾਨੂੰ ਪਿਆਰ ਕਰਦਾ ਹੈ। ਉਹ ਪਰਮ ਪਿਤਾ ਪ੍ਰਮਾਤਮਾ ਸਾਡੇ ਚੰਗੇ ਕਰਮਾਂ ਨਾਲ ਖੁਸ਼ ਹੁੰਦਾ ਹੈ। ਜਦੋਂ ਅਸੀਂ ਇਨਸਾਨੀਅਤ ਦੀ ਫਿਕਰ ਕਰਦੇ ਹਾਂ ਸਾਧ ਸੰਗਤ ਜੀ, ਤੇ ਜੋ ਜੀ ਮਾੜੇ ਕਰਮਾਂ ਤੇ ਚੱਲ ਕੇ, ਮਾੜੇ ਰਾਹ ਤੇ ਚੱਲ ਕੇ ਮਾੜੇ ਕਰਮ ਕਰ ਰਿਹਾ ਸਾਧ ਸੰਗਤ, ਜੋ ਕਿਵੇਂ ਪ੍ਰਮਾਤਮਾ ਦੀ ਪ੍ਰਾਪਤੀ ਕਰ ਸਕਦਾ ਹੈ। ਭਗਤ ਨ ਰਸਦਾਨ, ਭਗਤ ਨ ਕਥੈ ਗਿਆਨ, ਭਗਤ ਨ ਬਨ ਮੈਂ ਗੁਫਾ ਖੁਦਾਈ। ਸਤਿਗੁਰੂ ਰਵਿਦਾਸ ਮਹਾਰਾਜ ਜੀ ਫਰਮਾ ਰਹੇ ਨੇ ਕਿ ਭਾਈ ਪ੍ਰਮਾਤਮਾ ਜੰਗਲਾਂ ਪਹਾੜਾਂ ਦੇ ਵਿੱਚ ਨਹੀਂ ਜੇ ਰਹਿੰਦਾ। ਭਗਤ ਨ ਐਸੀ ਹਾਸੀ, ਭਗਤ ਨ ਆਸਾ ਪਾਸੀ, ਭਗਤ ਨ ਕੁਲ ਕਾਨ ਗਵਾਈ। ਸਤਿਗੁਰੂ ਜੀ ਸਮਝਾ ਰਹੇ ਨੇ ਕਿ ਭਾਈ ਭਗਤੀ ਕੋਈ ਮਜ਼ਾਕ ਨਹੀਂ ਹੈ। ਭਗਤ ਨਾ ਐਸੀ ਹਾਸੀ, ਭਾਈ ਕੋਈ ਭਗਤੀ ਮਜ਼ਾਕ ਦਾ ਵਿਸ਼ਾ ਨਹੀਂ ਹੈ। ਬਹੁਤੇ ਲੋਕ ਨੇ ਜੋ ਧਰਮਾਂ ਦਾ ਮਜ਼ਾਕ ਉਡਾਉਂਦੇ ਨੇ ਸਾਧ ਸੰਗਤ ਜੀ। ਬਹੁਤੇ ਲੋਕ ਐਸੇ ਨੇ ਜਿਨ੍ਹਾਂ ਨੇ ਧਰਮ ਦਾ, ਉਸ ਪ੍ਰਮਾਤਮਾ ਦਾ ਮਜ਼ਾਕ ਹੀ ਬਣਾਇਆ ਹੋਇਆ ਹੈ, ਵਪਾਰ ਬਣਾਇਆ ਹੋਇਆ ਹੈ। ਭਗਤ ਨਾ ਐਸੀ ਹਾਸੀ, ਭਗਤ ਨਾ ਆਸਾ ਪਾਸੀ। ਤੇ ਭਾਈ ਭਗਤੀ ਕੋਈ ਜੂਏ ਦਾ ਪਾਸਾ ਵੀ ਨਹੀਂ ਹੈ ਜਿਸ ਨੂੰ ਜਿਵੇਂ ਚਾਹੇ ਸੁੱਟ ਦਿੱਤਾ ਜਾਵੇ। ਭਗਤ ਨਾ ਕੁਲ ਕਾਨ ਗਵਾਈ, ਆਪਣੀ ਕੁਲ ਦੀ ਮਰਿਆਦਾ ਨੂੰ ਭੁੱਲਣਾ ਵੀ ਭਗਤੀ ਨਹੀਂ ਨੇ। ਭਗਤ ਨਾ ਇੰਦਰੀ ਬਾਂਧੈ, ਭਗਤ ਨਾ ਜੋਗ ਸਾਧੈ, ਭਗਤ ਨਾ ਆਹਾਰ ਘਟਾਈ। ਇਹ ਸਭ ਕਰਮ ਕਹਾਈ। ਅੱਗੇ ਸਤਿਗੁਰੂ ਜੀ ਸਮਝਾਉਂਦੇ ਨੇ ਕਿ ਭਾਈ ਆਪਣੀ ਇੰਦਰੀਆਂ ਤੇ ਕਾਬੂ ਪਾ ਲੈਣਾ ਇਹ ਭਗਤੀ ਨਹੀਂ ਹੈ। ਯੋਗ ਸਾਧਨਾ ਕਰਨੀ ਸਾਧ ਸੰਗਤ ਜੀ ਇਹ ਵੀ ਭਗਤੀ ਨਹੀਂ ਹੈ। ਖੁਰਾਕ ਘਟਾਣਾ, ਭਾਵ ਵਰਤ ਰੱਖ ਲੈਣਾ, ਇਹ ਵੀ ਭਗਤੀ ਨਹੀਂ ਹੈ। ਜਿਵੇਂ ਸਤਿਗੁਰੂ ਕਬੀਰ ਸਾਹਿਬ ਮਹਾਰਾਜ ਜੀ ਫਰਮਾਉਂਦੇ ਨੇ, ਭੁੱਖੇ ਭਗਤ ਨਾ ਕੀਜੇ, ਇਹ ਮਾਲਾ ਆਪਣੀ ਲੀਜੈ। ਕਿ ਹੇ ਪ੍ਰਮਾਤਮਾ ਜੀ, ਸਾਡੇ ਤੋਂ ਭੁੱਖੇ ਪੇਟ ਜੋ ਭਗਤੀ ਨਹੀਂ ਜੇ ਹੁੰਦੀ। ਤੇ ਭਾਈ ਸੱਚ ਹੈ, ਜਿਸ ਦਾ ਪੇਟ ਖਾਲੀ ਹੋਵੇ ਸਾਧ ਸੰਗਤ ਜੀ, ਉਸ ਨੂੰ ਪੇਟ ਭਰਨ ਦੀ ਚਿੰਤਾ ਹੁੰਦੀ ਹੈ। ਤੇ ਬੜੇ ਕਰਮਾਂ ਵਾਲੇ ਆ ਸਤਿਗੁਰੂ ਰਵਿਦਾਸ ਮਹਾਰਾਜ ਜੀ, ਸਤਿਗੁਰੂ ਕਬੀਰ ਸਾਹਿਬ, ਸਤਿਗੁਰੂ ਨਾਮਦੇਵ ਜੀ। ਐਸੇ ਮਹਾਨ ਗੁਰੂਆਂ ਦੇ ਸਾਨੂੰ ਦਰਸ਼ਨ ਹੁੰਦੇ ਨੇ ਪਾਵਨ ਪਵਿੱਤਰ ਅੰਮ੍ਰਿਤ ਬਾਣੀ ਦੇ ਵਿੱਚ। ਜਦੋਂ ਅਸੀਂ ਗੁਰਬਾਣੀ ਪੜ੍ਹਦੇ ਹਾਂ ਸਾਧ ਸੰਗਤ ਜੀ, ਕਰਮਾਂ ਵਾਲੇ ਜੀਵੋਂ ਕਿ ਜਦੋਂ ਗੁਰਬਾਣੀ ਸੁਣਦੇ ਹਾਂ, ਪੜ੍ਹਦੇ ਹਾਂ, ਕਿਉਂਕਿ ਪਾਵਨ ਪਵਿੱਤਰ ਜੋ ਗੁਰਾਂ ਦੀ ਬਾਣੀ ਹੈ ਉਹ ਸਾਨੂੰ ਵਹਿਮਾਂ ਭਰਮਾਂ ਚੋਂ ਕੱਢਦੀ ਹੈ। ਬਹੁਤੇ ਜੀਵ ਐਸੇ ਨੇ ਜੋ ਵਰਤ ਰੱਖਣ ਨੂੰ, ਭੁੱਖੇ ਰਹਿਣ ਨੂੰ ਭਗਤੀ ਸਮਝਦੇ ਨੇ, ਪਰ ਸਤਿਗੁਰੂ ਜੀ ਸਮਝਾ ਰਹੇ ਨੇ, ਭਾਈ ਭਗਤ ਨਾ ਇੰਦਰੀ ਬਾਂਧੈ, ਭਗਤ ਨਾ ਜੋਗ ਸਾਧੈ, ਭਗਤ ਨਾ ਆਹਾਰ ਘਟਾਈ। ਇਹ ਸਭ ਕਰਮ ਕਹਾਈ। ਕਿ ਭਾਈ ਇਹ ਸਭ ਕਰਮ ਕਾਂਡ ਨਹੀਂ। ਬਹੁਤੇ ਜੀਵ ਸਾਧ ਸੰਗਤ ਜੀ ਤੁਸੀਂ ਵੀ ਦੇਖਿਆ ਆ ਕਿ ਭਾਈ ਕਈ ਦਿਨ ਵਰਤ ਰੱਖਦੇ ਨੇ, ਕਈ ਸਾਲ ਹਫ਼ਤੇ ਦੇ ਵਿੱਚ ਇੱਕ ਵਾਰ, ਦੋ ਵਾਰ ਵਰਤ ਰੱਖਦੇ ਨੇ।
ਪਰ ਜਦੋਂ ਗੱਲ ਕਰਮ ਦੀ ਆਉਂਦੀ ਹੈ ਸਾਧ ਸੰਗਤ ਜੀ, ਉਹਨਾਂ ਦਾ ਮਨ ਡੋਲ ਜਾਂਦਾ ਹੈ। ਤੇ ਬਹੁਤੇ ਜੀ ਵੈਸੇ ਵੀ ਨੇ ਸਾਧ ਸੰਗਤ ਜੀ ਜੋ ਧਾਰਮਿਕ ਹੋਣ ਦਾ ਦਿਖਾਵਾ ਕਰਦੇ ਨੇ, ਪਰ ਲੋਕਾਂ ਦੇ ਨਾਲ ਠੱਗੀ ਠੋਰੀਆਂ ਕਰਦੇ ਨੇ, ਬੇਈਮਾਨੀਆਂ ਕਰਦੇ ਨੇ, ਨਸ਼ੇ ਦਾ ਸੇਵਨ ਕਰਦੇ ਨੇ। ਇਸ ਲਈ ਸਤਿਗੁਰੂ ਜੀ ਫਰਮਾ ਰਹੇ ਨੇ, ਭਾਈ ਅਸੀਂ ਮਨ ਬਦਲਣਾ ਹੈ। ਇਹ ਕਰਮ ਕਾਂਡਾਂ ਦੇ ਵਿੱਚੋਂ ਨਿਕਲਾਂਗੇ, ਫੇਰ ਹੀ ਸਾਡਾ ਮਨ ਜੋ ਹੈ ਸਾਧ ਸੰਗਤ ਜੀ ਬਦਲੇਗਾ। ਭਗਤ ਨ ਨਿੰਦਰਾ ਸਾਧੈ, ਭਗਤ ਨ ਬੈਰਾਗ ਬਾਂਧੈ, ਭਗਤ ਨ ਇਹ ਸਭ ਬੇਦ ਬੜਾਈ। ਅੱਗੇ ਸਤਿਗੁਰੂ ਜੀ ਸਮਝਾਉਣਾ ਕਰਦੇ ਨੇ ਕਿ ਭਾਈ ਆਪਣੇ ਇੰਦਰੀਆਂ ਨੂੰ ਅਧੀਨ ਕਰ ਲੈਣਾ ਇਹ ਵੀ ਭਗਤੀ ਨਹੀਂ ਹੈ। ਇਹ ਦੁਨੀਆ ਤੋਂ ਉਪਰਾਮ ਹੋਣਾ ਵੀ ਭਗਤੀ ਨਹੀਂ ਹੈ। ਵੇਦਾਂ ਦੀ ਵਡਿਆਈ ਕਰਨਾ ਵੀ ਭਗਤੀ ਨਹੀਂ ਹੈ। ਇਹ ਸਾਧ ਸੰਗਤ ਜੀ ਸਤਿਗੁਰੂ ਜੀ ਸਮਝਾਉਂਦੇ ਨੇ ਕਿ ਭਾਈ ਬਹੁਤੇ ਲੋਕ ਨੇ ਜੋ ਦੁਨੀਆ ਤੋਂ ਬੇਮੁਖ ਹੋ ਜਾਂਦੇ ਨੇ, ਜੰਗਲਾਂ ਪਹਾੜਾਂ 'ਚ ਚਲੇ ਜਾਂਦੇ ਨੇ। ਤੇ ਸਤਿਗੁਰੂ ਜੀ ਸਮਝਾਉਣਾ ਕਰਦੇ ਨੇ ਕਿ ਭਾਈ ਇਸ ਦੁਨੀਆ ਨੂੰ ਛੱਡਣਾ ਵੀ ਭਗਤੀ ਨਹੀਂ ਹੈ। ਅਸਲੀ ਭਗਤ ਉਹੀ ਹੈ ਸਾਧ ਸੰਗਤ ਜੀ ਜੋ ਇਸ ਦੁਨੀਆ ਦੇ ਵਿੱਚ ਰਹਿੰਦਾ ਆ, ਕਿਰਤ ਕਮਾਈਆਂ ਕਰਦਾ ਹੈ, ਆਪਣੀ ਜ਼ਿੰਮੇਵਾਰੀਆਂ ਨਿਭਾਉਂਦਾ ਹੈ, ਪਰਿਵਾਰ ਦਾ ਪਾਲਣ ਕਰਦਾ ਹੈ, ਬੱਚਿਆਂ ਨੂੰ ਪੜ੍ਹਾਉਂਦਾ ਲਿਖਾਉਂਦਾ ਹੈ। ਤੇ ਸਤਿਗੁਰੂ ਜੀ ਸਮਝਾਉਂਦੇ ਨੇ ਕਿ ਭਾਈ ਗ੍ਰਸਤੀ ਜੀਵਨ ਦੇ ਵਿੱਚ ਰਹਿ ਕੇ ਉਸ ਪ੍ਰਮਾਤਮਾ ਦੀ ਖੋਜ ਕਰਦਾ ਹੈ। ਇਹ ਨਹੀਂ ਹੈ ਕਿ ਆਪਣੀ ਜ਼ਿੰਮੇਵਾਰੀਆਂ ਛੱਡ ਕੇ, ਆਪਣੇ ਪਰਿਵਾਰ ਨੂੰ ਛੱਡ ਕੇ, ਸਮਾਜ ਨੂੰ ਛੱਡ ਕੇ ਜੰਗਲਾਂ ਪਹਾੜਾਂ ਦੇ ਵਿੱਚ ਚਲੇ ਜਾਣਾ। ਸਤਿਗੁਰੂ ਜੀ ਫਰਮਾਉਂਦੇ ਭਾਈ ਇਹ ਭਗਤੀ ਨਹੀਂ ਹੈ। ਸਗੋਂ ਇਸ ਸੰਸਾਰ ਦੇ ਵਿੱਚ ਰਹਿ ਕੇ ਹੀ ਉਸ ਪ੍ਰਮਾਤਮਾ ਦੀ ਖੋਜ ਕਰਨੀ ਹੈ। ਤੇ ਸਤਿਗੁਰੂ ਜੀ ਸਮਝਾਉਂਦੇ ਨੇ ਭਾਈ ਉਹ ਪ੍ਰਮਾਤਮਾ ਹੈ ਕਿਤੇ। ਸਤਿਗੁਰੂ ਜੀ ਫਰਮਾਉਂਦੇ ਨੇ ਭਾਈ ਉਹ ਤੇਰੇ ਅੰਦਰ ਹੀ ਹੈ। ਤੇਰਾ ਘਟ ਮੈਂ ਸਿਰਜਣਹਾਰ, ਕਸਤੂਰੀ ਮਿਰਗ ਪਾਸ ਹੈ ਢੂੰਡਤ ਕਾਸ ਫਿਰੈ। ਭਗਤ ਨਾ ਨਿੰਦਰਾ ਸਾਧੈ, ਭਗਤ ਨਾ ਬੈਰਾਗ ਬਾਂਧੈ। ਕਿ ਭਾਈ ਭਗਤ ਆਪਣੀ ਇੰਦਰੀਆਂ ਨੂੰ ਕਾਬੂ ਨਹੀਂ ਜੇ ਕਰਦਾ। ਆਪਣੀ ਇੰਦਰੀਆਂ ਨੂੰ ਕਾਬੂ ਕਰਨਾ ਹੀ ਭਗਤੀ ਨਹੀਂ ਹੈ ਸਾਧ ਸੰਗਤ ਜੀ। ਇਸ ਦੁਨੀਆ ਤੋਂ ਬੈਰਾਗੀ ਹੋ ਜਾਣਾ, ਇਸ ਦੁਨੀਆ ਤੋਂ ਪ੍ਰਾਮ ਹੋ ਜਾਣਾ ਇਹ ਵੀ ਭਗਤੀ ਨਹੀਂ ਹੈ। ਤੇ ਉਹ ਪ੍ਰਮਾਤਮਾ ਦਾ ਜੋ ਭਗਤ ਹੈ ਵੇਦਾਂ ਦੀ ਵਡਿਆਈ ਵੀ ਨਹੀਂ ਜੇ ਕਰਦਾ ਸਾਧ ਸੰਗਤ ਜੀ। ਭਗਤ ਨਾ ਮੂੜ ਮੁੜਾਏ, ਭਗਤ ਨਾ ਮਾਲਾ ਦਿਖਾਏ, ਭਗਤ ਨ ਚਰਨ ਧੁਆਏ। ਇਹ ਸਭ ਗੁਨੀ ਜਨ ਗਾਈ। ਕਿ ਭਾਈ ਸਿਰ ਮਨਵਾ ਲੈਣਾ ਇਹ ਵੀ ਭਗਤੀ ਨਹੀਂ ਹੈ। ਭਗਤ ਨਾ ਮੂੜ ਮੁੜਾਏ, ਭਗਤ ਨਾ ਮਾਲਾ ਦਿਖਾਏ। ਆ ਗਲੇ ਦੇ ਵਿੱਚ ਮਾਲਾ ਪਹਿਨ ਲੈਣੀ, ਸਾਧੂਆਂ ਵਰਗੇ ਕੱਪੜੇ ਪਾ ਲੈਣੇ। ਇਹ ਸਾਧ ਸੰਗਤ ਜੀ ਸਤਿਗੁਰੂ ਜੀ ਫਰਮਾਉਂਦੇ ਭਾਈ ਇਹ ਭਗਤੀ ਨਹੀਂ ਹੈ। ਆ ਬਹੁਤੇ ਜੀ ਵੈਸੇ ਨੇ ਸਾਧ ਸੰਗਤ ਜੀ ਜੋ ਸਾਧੂਆਂ ਵਰਗੇ ਕੱਪੜੇ ਪਾ ਲੈਂਦੇ ਨੇ। ਪਰ ਸਤਿਗੁਰੂ ਜੀ ਸਮਝਾਉਂਦੇ ਨੇ ਕਿ ਭਾਈ ਸਾਧੂਆਂ ਵਰਗੇ ਕੱਪੜੇ ਪਾ ਲੈਣ ਨਾਲ ਕੋਈ ਸਾਧੂ ਨਹੀਂ ਜੇ ਬਣਦਾ। ਸਾਧੂ ਜੀ ਦੀ ਪਛਾਣ ਹੈ ਸਾਧ ਸੰਗਤ ਜੀ। ਸਤਿਗੁਰੂ ਜੀ ਫਰਮਾਉਂਦੇ ਭਾਈ ਉਸ ਤੇ ਕਰਮਾਂ ਦੇ ਨਾਲ ਹੁੰਦੀ ਹੈ। ਸੰਤ ਜੀ ਸੰਗਤ ਸੰਤ ਕਥਾ ਰਸ, ਸੰਤ ਪ੍ਰੇਮ ਮਾਜੇ ਦੀ ਜੇ ਦੇਵਾ ਦੇ। ਸੰਤ ਅਨੰਤ ਹੈ ਅੰਤਰ ਨਾਹੀ। ਕਿ ਭਾਈ ਜੋ ਪ੍ਰਮਾਤਮਾ ਦੇ ਅਸਲੀ ਸੰਤ ਨੇ ਉਹਨਾਂ ਦੇ ਵਿੱਚ ਤੇ ਪ੍ਰਮਾਤਮਾ ਦੇ ਵਿੱਚ ਕੋਈ ਫਰਕ ਨਹੀਂ। ਇਹ ਕੋਈ ਸਾਧੂਆਂ ਵਰਗੇ ਕੱਪੜੇ ਪਾਉਣ ਦੇ ਨਾਲ ਕੋਈ ਸਾਧੂ ਨਹੀਂ ਜੇ ਬਣ ਜਾਂਦਾ। ਬਹੁਤੇ ਸਾਧੂ ਐਸੇ ਨੇ ਸਾਧ ਸੰਗਤ ਜੀ, ਜਦੋਂ ਅਸੀਂ ਆਸੇ-ਪਾਸੇ ਨਿਗਾਹ ਮਾਰਦੇ ਹਾਂ ਸਾਧ ਸੰਗਤ ਜੀ, ਰੋਜ਼ ਦੀਆਂ ਖਬਰਾਂ ਸੁਣਦੇ ਹਾਂ, ਤਾਂ ਬਹੁਤੇ ਸਾਧੂ ਐਸੇ ਵੀ ਨੇ ਜੋ ਨਸ਼ੇ ਦਾ ਸੇਵਨ ਕਰਦੇ ਨੇ, ਪਰ ਕੱਪੜੇ ਜੋ ਸਾਧੂਆਂ ਵਰਗੇ ਪਾਉਂਦੇ ਨੇ। ਤੇ ਸਤਿਗੁਰੂ ਜੀ ਫਰਮਾਉਂਦੇ ਨੇ ਭਾਈ ਐਸੇ ਲਈ ਸਾਨੂੰ ਸਾਵਧਾਨ ਕਰ ਰਹੇ ਨੇ। ਸਾਵਧਾਨ ਇਕਾਗਰ ਚੀਤ। ਕਿ ਭਾਈ ਇਹਨਾਂ ਦੇ ਜਾਲ ਦੇ ਵਿੱਚ ਅਸੀਂ ਨਹੀਂ ਜੇ ਫਸਣਾ। ਤੇ ਸਿਰ ਮੁਨਵਾ ਲੈਣਾ, ਗਲੇ ਦੇ ਵਿੱਚ ਮਾਲਾ ਪਹਿਨਣੀ, ਪਰ ਉਸ ਸਾਧੂਆਂ ਵਰਗੇ ਕੱਪੜੇ ਪਾਣੇ ਇਹ ਵੀ ਭਗਤੀ ਨਹੀਂ ਹੈ। ਭਗਤ ਨਾ ਚਰਨ ਧੁਆਏ, ਇਹ ਸਭ ਗੁਣੀ ਜਨ ਗਾਈ। ਕਿ ਭਾਈ ਚਰਨ ਧੁਆਣੇ ਵੀ ਭਗਤੀ ਨਹੀਂ ਹੈ। ਸਾਰੇ ਗੁਣਵਾਨ ਪੁਰਸ਼ਾਂ ਦਾ ਇਹ ਵਿਚਾਰ ਹੈ। ਭਗਤ ਨਾ ਤੋਲੋ ਜਾਨੀ, ਜੋ ਲੋ ਆਪ ਕੋ ਆਪ ਬਖਾਨੀ। ਜੋਈ ਜੋਈ ਕਰੈ ਸੋ ਸੋ ਕਰਮ ਬੜਾਈ। ਅੱਗੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਸਮਝਾ ਰਹੇ ਨੇ ਕਿ ਭਾਈ ਜੀਵ ਨੂੰ ਉਸ ਵੇਲੇ ਤੱਕ ਭਗਤੀ ਦੀ ਸੂਝ ਨਹੀਂ ਜੇ ਆਉਂਦੀ ਜਦੋਂ ਤੱਕ ਉਸ ਦੇ ਅੰਦਰ ਹੰਕਾਰ ਆ। ਇਹ ਸੱਚ ਹੈ ਸਾਧ ਸੰਗਤ ਜੀ। ਗੁਰਬਾਣੀ ਦਾ ਫਰਮਾਨ ਹੈ, ਜਬ ਹਮ ਹੋਤੇ ਤਬ ਤੂੰ ਨਾਈ, ਅਬ ਤੂੰ ਹੀ ਮੈਂ ਨਾਈ। ਕਿ ਭਾਈ ਜਦੋਂ ਤੱਕ ਇਨਸਾਨ ਦੇ ਅੰਦਰ ਮੈਂ ਮੇਰੀ ਦਾ ਹੰਕਾਰ ਆ,
ਤੇ ਹੰਕਾਰ ਸਾਧ ਸੰਗਤ ਜੀ ਕਿਸੇ ਵੀ ਪ੍ਰਕਾਰ ਦਾ ਹੋਵੇ ਮਾੜਾ ਹੀ ਹੁੰਦਾ ਆ। ਚਾਹੇ ਆਪਣੇ ਸਰੀਰ ਤੇ ਹੰਕਾਰ ਹੋਵੇ, ਚਾਹੇ ਆਪਣੇ ਪੈਸੇ ਦਾ ਹੰਕਾਰ ਹੋਵੇ, ਚਾਹੇ ਧੀਆਂ ਪੁੱਤਰਾਂ ਦਾ ਹੰਕਾਰ, ਚਾਹੇ ਜ਼ਮੀਨ ਜਾਇਦਾਦ ਦਾ ਅਧਿਕਾਰ ਹੋਵੇ, ਆਪਣੇ ਗਿਆਨ ਦਾ ਹੰਕਾਰ ਹੋਵੇ। ਸਾਧ ਸੰਗਤ ਜੀ ਹੰਕਾਰ ਕਿਸੇ ਵੀ ਪ੍ਰਕਾਰ ਦਾ ਹੋਵੇ, ਸਤਿਗੁਰੂ ਜੀ ਫਰਮਾਉਂਦੇ ਭਾਈ ਜਦੋਂ ਤੱਕ ਮਨ ਦੇ ਵਿੱਚ ਹੰਕਾਰ ਆ, ਸਾਨੂੰ ਸੱਚ ਦੀ ਪ੍ਰਾਪਤੀ, ਉਸ ਪ੍ਰਮਾਤਮਾ ਦੀ ਪ੍ਰਾਪਤੀ ਹੋਈ ਨਹੀਂ ਜੇ ਸਕਦੀ। ਤੇ ਹੰਕਾਰ ਕਿਵੇਂ ਖਤਮ ਹੁੰਦਾ, ਸਤਿਗੁਰੂ ਜੀ ਸਮਝਾਉਂਦੇ ਨੇ ਭਾਈ ਸਭ ਤੋਂ ਪਹਿਲਾਂ ਸਾਨੂੰ ਗੁਰੂ ਚਾਹੀਦਾ ਹੈ। ਧੰਨ ਧੰਨ ਜਗਤ ਗੁਰੂ ਸਤਿਗੁਰੂ ਰਵਿਦਾਸ ਮਹਾਰਾਜ ਜੀ ਵਰਗਾ ਤੇ ਵਡਕਰਮਾਂ ਵਾਲੇ ਜੀਵਾਂ ਸਾਧ ਸੰਗਤ ਜੀ, ਇੰਨੇ ਮਹਾਨ ਗੁਰੂ ਸਾਨੂੰ ਮਿਲੇ ਨੇ, ਜਿਨ੍ਹਾਂ ਨੇ ਸਾਨੂੰ ਵਹਿਮਾਂ ਭਰਮਾਂ ਅਡੰਬਰਾਂ ਪਖੰਡਾਂ ਵਿੱਚੋਂ ਕੱਢ ਕੇ ਸੱਚ ਦੇ ਰਾਹ ਦੇ ਨਾਲ ਜੋੜਿਆ ਆ। ਭਗਤ ਨਾ ਤੋਲੋ ਜਾਨੀ, ਜੋ ਲੋ ਆਪ ਕੋ ਆਪ ਬਖਾਨੀ, ਜੋ ਜੋ ਹੀ ਕਰੈ ਸੋ ਸੋ ਕਰਮ ਬੜਾਈ। ਕਿ ਭਾਈ ਜੀਵ ਨੂੰ ਉਸ ਵੇਲੇ ਤੱਕ ਭਗਤੀ ਦੀ ਸਮਝ ਨਹੀਂ ਜੇ ਆਉਂਦੀ ਜਦੋਂ ਤੱਕ ਉਸ ਦੇ ਅੰਦਰ ਹੰਕਾਰ ਆ। ਜਬ ਹਮ ਹੋਤੇ ਤਬ ਤੂ ਨਾਹੀ, ਅਬ ਤੂ ਹੀ ਮੈਂ ਨਾਹੀ। ਕਿ ਜਦੋਂ ਤੱਕ ਸਾਡੇ ਅੰਦਰ ਮੈਂ ਆ ਸਾਧ ਸੰਗਤ ਜੀ, ਉਹ ਤੂੰ ਦੇ ਦਰਸ਼ਨ ਨਹੀਂ ਜਿਉਂਦੇ, ਉਸ ਪ੍ਰਮਾਤਮਾ ਦੇ ਦਰਸ਼ਨ ਦਿਦਾਰੇ ਨਹੀਂ ਜਿਉਂਦੇ। ਪਰ ਜਦੋਂ ਜੀਵ ਹੰਕਾਰ ਖਤਮ ਕਰ ਲੈਂਦਾ ਆ ਸਤਿਗੁਰਾਂ ਦੇ ਦਿਖਾਏ ਮਾਰਗ ਤੇ ਚੱਲ ਕੇ, ਫਿਰ ਹਮੇਸ਼ਾ ਹਮੇਸ਼ਾ ਦੇ ਲਈ ਸਾਧ ਸੰਗਤ ਜੀ ਉਸ ਪ੍ਰਮਾਤਮਾ ਦੀ ਜੋ ਦਰਸ਼ਨ ਦਿਦਾਰੇ ਸਾਨੂੰ ਹੁੰਦੇ ਨੇ ਨਾ, ਇੱਕ ਵਾਰ ਜਦੋਂ ਉਸ ਜੋਤ ਦੇ ਦਰਸ਼ਨ ਹੋ ਜਾਂਦੇ ਨੇ ਜੋ ਸਾਡੇ ਅੰਦਰ ਬੈਠੀ ਹੈ, ਫਿਰ ਹਮੇਸ਼ਾ ਲਈ ਹੰਕਾਰ ਖਤਮ ਹੋ ਜਾਂਦਾ ਹੈ। ਜਬ ਹਮ ਹੋਤੇ ਤਬ ਤੂ ਨਾਹੀ, ਅਬ ਤੂ ਹੀ ਮੈਂ ਨਾਹੀ। ਕਿ ਪ੍ਰਮਾਤਮਾ ਹੁਣ ਤੂੰ ਹੀ ਤੂੰ ਹੈ। ਤੇ ਜਦੋਂ ਤੂੰ ਆ ਜਾਂਦਾ ਸਾਧ ਸੰਗਤ ਜੀ, ਇਹ ਜੋ ਮੈਂ ਹੈ ਇਹ ਖਤਮ ਹੋ ਜਾਂਦੀ ਹੈ। ਜੋਈ ਜੋਈ ਕਰੈ ਸੋ ਕਰਮ ਬੜਾਈ। ਕਿ ਭਾਈ ਪ੍ਰਮਾਤਮਾ ਦੀ ਪ੍ਰੀਤੀ ਤੋਂ ਬਗੈਰ, ਸੱਚ ਦੇ ਮਾਰਗ ਤੋਂ ਬਗੈਰ ਇਹ ਜੀਵ ਜਿੰਨਾ ਵੀ ਕੁਝ ਕਰਦਾ ਉਹ ਆਪਣੇ ਕਰਮਾਂ ਦੀ ਵਡਿਆਈ ਕਰਦਾ। ਸੋ ਆਓ ਸਾਧ ਸੰਗਤ ਜੀ, ਅੱਜ ਪਾਵਨ ਪਵਿੱਤਰ ਸ਼ਬਦ ਵੀ ਸਤਿਗੁਰੂ ਜੀ ਸਾਨੂੰ ਸਮਝਾ ਰਹੇ ਨੇ ਕਿ ਭਾਈ ਅਡੰਬਰ ਪਖੰਡ ਕੀ ਨਹੀਂ। ਇਹ ਗਲੇ ਦੇ ਵਿੱਚ ਮਾਲਾ ਪਹਿਨ ਲੈਣੀ, ਵਰਤ ਰੱਖਣਾ, ਧੂਪ ਅਗਰਬੱਤੀ ਜਗਾਉਣਾ, ਸਾਧੂਆਂ ਵਰਗੇ ਕੱਪੜੇ ਪਾਣੇ, ਇਹ ਭਗਤੀ ਨਹੀਂ ਹੈ। ਇਹ ਰਾਤਾਂ ਨੂੰ ਜਾਗਣਾ, ਸਤਿਗੁਰੂ ਜੀ ਫਰਮਾਉਂਦੇ ਭਾਈ ਇਹ ਵੀ ਭਗਤੀ ਨਹੀਂ। ਆਓ ਸਤਿਗੁਰਾਂ ਤੋਂ ਪੁੱਛਦੇ ਹਾਂ ਸਾਧ ਸੰਗਤ ਜੀ ਕਿ ਭਗਤੀ ਕੀ ਹੁੰਦੀ ਹੈ। ਤੇ ਸਤਿਗੁਰੂ ਜੀ ਸਮਝਾਉਂਦੇ ਨੇ, ਆਪਾ ਗਇਓ ਤਬ ਭਗਤ ਭਾਈ, ਐਸੀ ਹੈ ਭਗਤ ਪਾਈ। ਰਾਮ ਮਿਲਿਓ ਆਪਣੋ ਗੁਣ ਖੋਇਓ, ਰਿੱਧ ਸਿੱਧ ਸਭੈ ਜੋ ਗਵਾਈ। ਕਿ ਭਾਈ ਜੇਕਰ ਭਗਤੀ ਕਰਨੀ ਹੈ ਤਾਂ ਸਾਧ ਸੰਗਤ ਜੀ ਸਤਿਗੁਰੂ ਜੀ ਸਮਝਾਉਂਦੇ ਨੇ ਕਿ ਭਾਈ ਪਹਿਲਾਂ ਤਾਂ ਸੱਚੇ ਗੁਰੂ ਦੀ ਖੋਜ ਕਰਨੀ ਹੈ। ਧੰਨ ਧੰਨ ਜਗਤ ਗੁਰੂ ਸਤਿਗੁਰੂ ਰਵਿਦਾਸ ਮਹਾਰਾਜ ਜੀ ਵਰਗੇ ਗੁਰੂ ਤੇ ਵਡਕਰਮਾਂ ਵਾਲੇ ਜੀਵੋਂ ਸਾਧ ਸੰਗਤ ਜੀ, ਕਿ ਗੁਰੂਆਂ ਦੇ ਗੁਰੂ ਸਤਿਗੁਰੂ ਰਵਿਦਾਸ ਮਹਾਰਾਜ ਜੀ ਵਰਗੇ ਗੁਰੂ ਸਾਨੂੰ ਮਿਲੇ ਨੇ। ਸਭ ਤੋਂ ਪਹਿਲਾਂ ਤਾਂ ਅਸੀਂ ਉਹਨਾਂ ਦੇ ਦਿਖਾਏ ਮਾਰਗ ਤੇ ਚੱਲਣਾ ਹੈ। ਤੇ ਸਤਿਗੁਰੂ ਜੀ ਅੱਗੇ ਸਮਝਾ ਰਹੇ ਨੇ, ਹੇ ਭਾਈ ਹੰਕਾਰ ਮਿਟਾ ਕੇ ਹੀ ਭਗਤੀ ਹੁੰਦੀ ਹੈ। ਆਪਾ ਗਇਓ ਤਬ ਭਗਤ ਪਾਈ। ਕਿ ਆਪਣਾ ਜੋ ਆਪਾ ਆ ਸਾਧ ਸੰਗਤ ਜੀ ਉਹ ਖਤਮ ਕਰਨਾ ਪੈਂਦਾ ਹੈ। ਹੰਕਾਰ ਮਿਟਾ ਕੇ ਭਗਤੀ ਹੁੰਦੀ ਹੈ, ਇਹੀ ਅਸਲੀ ਭਗਤੀ ਹੈ। ਤੇ ਸਾਧ ਸੰਗਤ ਜੀ ਹੰਕਾਰ ਜਦੋਂ ਖਤਮ ਹੁੰਦਾ ਹੈ ਸਾਡੇ ਅੰਦਰ ਕੀ ਕੁਛ ਆਉਂਦਾ ਹੈ। ਤੇ ਜਦੋਂ ਅਸੀਂ ਗੁਰੂਆਂ ਦੇ ਦਿਖਾਏ ਮਾਰਗ ਤੇ ਚੱਲਦੇ ਹਾਂ, ਆਪਣੇ ਹੰਕਾਰ ਨੂੰ ਖਤਮ ਕਰਦੇ ਹਾਂ ਸਾਧ ਸੰਗਤ ਜੀ, ਉਹ ਸਾਰੀ ਦੁਨੀਆ ਦੇ ਮਾਲਕ ਦੇ ਦਰਸ਼ਨ ਦਿਦਾਰੇ ਨੇ ਸਾਨੂੰ ਆਪਣੇ ਅੰਦਰੋਂ ਹੀ ਹੋ ਜਾਂਦੇ ਨੇ। ਤੇ ਜਦੋਂ ਪ੍ਰਮਾਤਮਾ ਦੀ ਭਗਤੀ ਪ੍ਰਾਪਤ ਹੁੰਦੀ ਹੈ, ਜੀਵ ਦੇ ਸਾਰੇ ਜੋ ਵਿਕਾਰ ਨੇ, ਹੰਕਾਰ ਨੇ, ਕਰਮ ਕਾਂਡ ਨੇ, ਉਹ ਖਤਮ ਹੋ ਜਾਂਦੇ ਨੇ। ਤੇ ਸਾਧ ਸੰਗਤ ਜੀ ਇਹਦੀ ਜੋ ਰਿੱਧੀਆਂ ਸਿੱਧੀਆਂ ਦੀ ਇੱਛਾਵਾਂ ਆ ਉਹ ਸਭ ਸਮਾਪਤ ਹੋ ਜਾਂਦੀਆਂ ਨੇ, ਕਿਉਂਕਿ ਉਹ ਸਾਰੀ ਦੁਨੀਆ ਦਾ ਮਾਲਕ ਜੋ ਮਿਲ ਜਾਂਦਾ ਹੈ। ਸੁਖ ਸਾਗਰ ਸੁਰਤਰ ਚਿੰਤਾ ਮਨ ਕਾਮ ਦੇਨ ਬਸ ਜਾਕੈ, ਚਾਰ ਪਦਾਰਥ ਅਸ਼ਟ ਦਸਾ ਸਿਧ ਨਵਨਿਤ ਕਰਤਲ ਤੱਕ। ਕਿ ਭਾਈਓ ਪਰਮ ਪਿਤਾ ਪ੍ਰਮਾਤਮਾ ਸਾਰੇ ਸੁੱਖਾਂ ਦਾ ਸਾਗਰ ਹੈ। ਤੇ ਆਓ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਤਾਂ ਅਸੀਂ ਆਪਣੇ ਅੰਦਰੋਂ ਹੰਕਾਰ ਦਾ ਖਾਤਮਾ ਕਰੀਏ। ਸਤਿਗੁਰੂ ਜੀ ਸਮਝਾਉਂਦੇ ਨੇ ਕਿ ਭਾਈ ਪਹਿਲਾਂ ਗੁਰੂ ਵਾਲੇ ਬਣੋ, ਗੁਰੂਆਂ ਤੋਂ ਗੁਰਮੰਤਰ ਲਓ ਸਾਧ ਸੰਗਤ ਜੀ, ਫਿਰ ਉਸ ਗੁਰਮੰਤਰ ਦੀ ਕਮਾਈ ਕਰੋ ਤੇ ਆਪਣੇ ਅੰਦਰੋਂ ਹੰਕਾਰ ਖਤਮ ਕਰੋ। ਤੇ ਕਰਨਾ ਕੀ ਹੈ ਸਤਿਗੁਰੂ ਜੀ ਸਮਝਾਉਂਦੇ ਨੇ, ਜੀਭਾ ਸੋ ਓੰਕਾਰ ਜਪ, ਹੱਥਨ ਸੋ ਕਰਕਾਰ, ਰਾਮ ਮਿਲੇ ਘਰ ਆਏ ਕਰ ਕਹਿ ਰਵਿਦਾਸ ਵਿਚਾਰ। ਕਿ ਭਾਈ ਸਾਨੂੰ ਪ੍ਰਮਾਤਮਾ ਦੀ ਖੋਜ ਕਰਨ ਲਈ ਕਿਤੇ ਬਾਹਰ ਜਾਣ ਦੀ ਲੋੜ ਨਹੀਂ ਹੈ।
ਗੁਰੂਆਂ ਤੋਂ ਗੁਰਮੰਤਰ ਲੈ ਕੇ ਸਾਧ ਸੰਗਤ ਜੀ ਅਸੀਂ ਉਸ ਦੀ ਕਮਾਈ ਕਰਨੀ ਹੈ। ਅਸੀਂ ਪਰਿਵਾਰ ਵੀ ਨਹੀਂ ਜੇ ਛੱਡਣਾ। ਸਗੋਂ ਸਤਿਗੁਰੂ ਜੀ ਦਾ ਫਰਮਾਨਦੇ ਨੇ, ਜੀਭਾ ਸੋ ਓਂਕਾਰ ਜਪ, ਹੱਥਨ ਸੋ ਕਰਕਾਰ। ਕੇ ਭਾਈ ਹੱਥਾਂ ਨਾਲ ਕਿਰਤ ਕਰੋ, ਇਮਾਨਦਾਰੀ ਦੀ ਰੋਟੀ ਕਮਾਓ। ਤੇ ਜੋ ਜੀਵ ਹੱਥਾਂ ਨਾਲ ਕਿਰਤ ਕਰਦਾ ਕਰਦਾ ਇਮਾਨਦਾਰੀ ਦੀ ਰੋਟੀ ਕਮਾਉਂਦਾ ਸਾਧ ਸੰਗਤ ਜੀ, ਤੇ ਸਤਿਗੁਰੂ ਜੀ ਫਰਮਾਉਂਦੇ ਭਾਈ ਨਾਲ ਨਾਲ ਜੀਭਾਂ ਨਾਲ ਉਸ ਪ੍ਰਮਾਤਮਾ ਦਾ ਸਿਮਰਨ ਕਰਦੇ ਰਹੋ, ਉਹ ਸਾਰੀ ਦੁਨੀਆ ਦਾ ਮਾਲਕ ਸਾਨੂੰ ਇਸ ਸਰੀਰ ਦੇ ਵਿੱਚੋਂ ਹੀ ਮਿਲ ਜਾਵੇਗਾ। ਕਹਿ ਰਵਿਦਾਸ ਹਾਥ ਪੈਨੇ ਰਹਿ, ਤੇਰਾ ਘਟ ਮੈਂ ਸਿਰਜਣਹਾਰ, ਕਸਤੂਰੀ ਮਿਰਗ ਪਾਸ ਹੈ ਢੂੰਡਤ ਕਾਸ ਫਿਰੈ। ਕਿ ਭਾਈ ਉਹ ਸਾਰੀ ਦੁਨੀਆ ਦਾ ਮਾਲਕ ਸਾਧ ਸੰਗਤ ਜੀ ਸਾਡੇ ਸਰੀਰ ਦੇ ਵਿੱਚ ਹੀ ਬੈਠਾ ਹੈ। ਤੇ ਅਸੀਂ ਲੱਭ ਕਿੱਥੇ ਰਹੇ ਹਾਂ? ਧਾਰਮਿਕ ਸਥਾਨਾਂ ਤੇ, ਨਦੀਆਂ ਤੇ, ਜੰਗਲਾਂ, ਪਹਾੜਾਂ, ਤੀਰਥ ਸਥਾਨਾਂ ਤੇ। ਜੈ ਕਾਰਨ ਤਟ ਤੀਰਥ ਜਾਈ, ਰਤਨ ਪਦਾਰਥ ਘਟ ਹੀ ਮਾਈ। ਕਿ ਭਾਈ ਜਿਸ ਪਰਮਾਤਮਾ ਨੂੰ ਲੱਭਣ ਵਾਸਤੇ ਅਸੀਂ ਤੀਰਥਾਂ ਤੇ ਜਾਂਦੇ ਆ, ਉਹ ਤਾਂ ਸਾਡੇ ਅੰਦਰ ਹੀ ਬੈਠਾ ਆ। ਅਪਤਨ ਕਾ ਜੋ ਕਰੈ ਵਿਚਾਰ, ਤਿਸ ਨਹੀਂ ਜਮ ਕੰਕਰ ਕਰੈ ਖੁਆਰ। ਕਿ ਭਾਈ ਜੋ ਆਪਣੇ ਸਰੀਰ ਦਾ ਵਿਚਾਰ ਕਰਦਾ ਆ, ਤੇ ਸਾਧ ਸੰਗਤ ਜੀ ਪ੍ਰਮਾਤਮਾ ਨੇ ਇਹ ਸਾਨੂੰ ਜੋ ਸਰੀਰ ਬਖਸ਼ਿਆ ਆ ਨਾ, ਇਹ ਬੜਾ ਹੀ ਪਾਵਨ ਤੇ ਪਵਿੱਤਰ ਹੈ। ਉਹ ਸਾਰੀ ਦੁਨੀਆ ਦਾ ਮਾਲਕ ਇਸ ਦੇ ਅੰਦਰ ਬੈਠਾ ਹੈ। ਤੇ ਸਾਧ ਸੰਗਤ ਜੀ ਇਹ ਜਿੰਨੀਆਂ ਵੀ ਅਸੀਂ ਐਸ਼ੋ ਆਰਾਮ ਦੀ ਚੀਜ਼ਾਂ ਦੇਖ ਰਹੇ ਹਾਂ, ਸਾਡੇ ਸਰੀਰ ਦੇ ਵਿੱਚੋਂ ਹੀ ਉਪਜੀਆਂ ਨੇ, ਸਾਡੇ ਮਨ ਦੇ ਵਿੱਚੋਂ, ਦਿਮਾਗ ਦੀ ਖੇਡ ਆ। ਇੱਥੋਂ ਤੱਕ ਕਿ ਸਾਧ ਸੰਗਤ ਜੀ ਜਿੰਨੇ ਵੀ ਅਸੀਂ ਗੱਡੀਆਂ, ਕਾਰਾਂ, ਹਵਾਈ ਜਹਾਜ਼, ਮੋਬਾਈਲ ਫੋਨ, ਲੈਪਟਾਪ, ਕੰਪਿਊਟਰ, ਇਹ ਕਿੱਥੋਂ ਪੈਦਾ ਹੋਏ ਨੇ? ਇਹ ਸਾਧ ਸੰਗਤ ਜੀ ਸਰੀਰ ਦੀ ਦੇਣੀ ਹੈ। ਜੇ ਸਰੀਰ ਦੇ ਵਿੱਚ ਸਾਡੇ ਉਸ ਪਰਮ ਪਿਤਾ ਪ੍ਰਮਾਤਮਾ ਨੇ ਦਿਮਾਗ ਬਖਸ਼ਿਆ ਆ, ਉਸ ਦਿਮਾਗ ਦੀ ਹੀ ਉਪਜ ਹੈ ਸਾਧ ਸੰਗਤ ਜੀ। ਇਸ ਲਈ ਸਤਿਗੁਰੂ ਰਵਿਦਾਸ ਮਹਾਰਾਜ ਜੀ ਫਰਮਾਉਂਦੇ ਨੇ, ਅਪਤਨ ਕਾ ਜੋ ਕਰੈ ਵਿਚਾਰ, ਤਿਸ ਨਹੀਂ ਜਮ ਕੰਕਰ ਕਰੈ ਖੁਆਰ। ਕਿ ਭਾਈ ਜਿਸ ਨੇ ਆਪਣੇ ਸਰੀਰ ਦੀ ਸੰਭਾਲ ਕਰ ਲਈ, ਤੇ ਦੁਨੀਆ ਦੇ ਜੋ ਵੱਡੇ ਵੱਡੇ ਵਿਚਾਰ ਨੇ ਸਾਧ ਸੰਗਤ ਜੀ, ਅੱਜ ਇਨਸਾਨ ਹਵਾਈ ਜਹਾਜ਼ ਦੀ ਯਾਤਰਾ ਕਰ ਰਿਹਾ ਹੈ, ਦੂਸਰੇ ਗ੍ਰਹਿ ਦੇ ਉੱਪਰ ਚਲਾ ਗਿਆ ਹੈ, ਚੰਦਰਮਾ ਤੱਕ ਪਹੁੰਚ ਗਿਆ। ਸਾਧ ਸੰਗਤ ਜੀ ਕਿਸ ਦੀ ਉਪਜ ਹੈ? ਐਸੀ ਸਰੀਰ ਦੀ। ਤੇ ਦੁਨੀਆ ਦੀ ਸਭ ਤੋਂ ਪਵਿੱਤਰ ਚੀਜ਼ ਸਾਧ ਸੰਗਤ ਜੀ ਸਰੀਰ ਹੀ ਹੈ। ਅਪਤਨ ਕਾ ਜੋ ਕਰੈ ਵਿਚਾਰ, ਤਿਸ ਨਹੀਂ ਜਮ ਕੰਕਰ ਕਰੈ ਖੁਆਰ। ਤੇ ਸਤਿਗੁਰੂ ਜੀ ਫਰਮਾਉਂਦੇ ਨੇ, ਦੁਰਲਭ ਜਨਮ ਪੁਨ ਫਲ ਪਾਇਓ, ਬਿਰਥਾ ਜਾਤ ਵਿਵੇਕ। ਕਿ ਭਾਈ ਉਸ ਪਰਮ ਪਿਤਾ ਪ੍ਰਮਾਤਮਾ ਨੇ ਕਿਰਪਾ ਕੀਤੀ, ਫਿਰ ਸਾਨੂੰ ਇਹ ਸਰੀਰ ਮਿਲਿਆ ਹੈ। ਗੁਰ ਸੇਵਾ ਤੇ ਭਗਤ ਕਮਾਈ, ਤਬ ਇਹ ਮਾਨੁਸ ਦੇਹੀ ਪਾਈ। ਇਸ ਦੇਹੀ ਕੋ ਸਿਮਰੈ ਦੇਵ, ਸੋ ਦੇਹੀ ਭਜ ਹਰਿ ਕੀ ਸੇਵ। ਸਤਿਗੁਰ ਕਬੀਰ ਸਾਹਿਬ ਮਹਾਰਾਜ ਜੀ ਕਿ ਭਾਈ ਉਸ ਪ੍ਰਮਾਤਮਾ ਨੇ ਕਿਰਪਾ ਕੀਤੀ ਹੈ, ਫਿਰ ਸਾਨੂੰ ਜਾ ਕੇ ਸਰੀਰ ਮਿਲਿਆ ਹੈ। ਤੇ ਭਾਈ ਇਹ ਕੋਈ ਆਮ ਸਰੀਰ ਨਹੀਂ ਹੈ। ਪਰ ਬਹੁਤੇ ਲੋਕ ਨੇ ਸਾਧ ਸੰਗਤ ਜੀ ਜੋ ਇਸ ਸਰੀਰ ਦਾ ਜੋ ਨਾਸ਼ ਕਰ ਰਹੇ ਨੇ, ਕੋਈ ਨਸ਼ੇ ਦਾ ਸੇਵਨ ਕਰਕੇ, ਬਹੁਤੇ ਜੀਵ ਨੇ ਸਾਧ ਸੰਗਤ ਜੀ ਬਹੁਤ ਸਾਰੇ ਕਿ ਦਿਨ ਰਾਤ ਨਸ਼ੇ ਦੇ ਵਿੱਚ ਇਸ ਸਰੀਰ ਦਾ ਨਾਸ਼ ਕਰ ਰਹੇ ਨੇ, ਤੇ ਭੁੱਲ ਜਾਂਦੇ ਨੇ ਭਾਈ ਇਹ ਸਰੀਰ ਬਾਰ-ਬਾਰ ਨਹੀਂ ਜੇ ਮਿਲਣਾ। ਉਹ ਪਰਮ ਪਿਤਾ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਸਾਨੂੰ ਇਹ ਸਰੀਰ ਮਿਲਿਆ। ਸਤਿਗੁਰੂ ਰਵਿਦਾਸ ਮਹਾਰਾਜ ਜੀ ਵੀ ਇਹੀ ਸਮਝਾ ਰਹੇ ਨੇ, ਸਤਿਗੁਰੂ ਕਬੀਰ ਸਾਹਿਬ ਮਹਾਰਾਜ ਜੀ ਵੀ ਸਾਨੂੰ ਇਹੀ ਸਮਝਾ ਰਹੇ ਨੇ, ਦੁਰਲਭ ਜਨਮ ਪੁਨ ਫਲ ਪਾਇਓ। ਕਿ ਭਾਈ ਵੱਡ ਕਰਮਾਂ ਵਾਲੇ ਜੀਵ ਜੋ ਇਨਸਾਨੀ ਜਾਮਾ ਮਿਲਿਆ ਹੈ। ਤੇ ਸਾਧ ਸੰਗਤ ਜੀ ਹੁਣ ਸਾਡਾ ਫਰਜ਼ ਇਹ ਬਣਦਾ ਆ ਕਿ ਅਸੀਂ ਇਸ ਸਰੀਰ ਦੀ ਸੰਭਾਲ ਕਰਨੀ ਹੈ, ਇਸ ਸਰੀਰ ਦੇ ਵਿੱਚ ਹੀ ਪ੍ਰਮਾਤਮਾ ਦੀ ਖੋਜ ਕਰਨੀ ਹੈ, ਇਸ ਸਰੀਰ ਦੇ ਨਾਲ ਹੀ ਅਸੀਂ ਵੱਡੇ ਵੱਡੇ ਕਾਰਜ ਕਰਨੇ ਨੇ। ਤੇ ਸਾਧ ਸੰਗਤ ਜੀ ਦੁਨੀਆ ਦੇ ਜਿੰਨੇ ਵੀ ਮਹਾਨ ਪੁਰਸ਼ ਹੋਏ ਨੇ, ਸਰੀਰ ਤਾਂ ਸਭ ਦੇ ਇੱਕੋ ਜਿਹੇ ਨੇ, ਸਾਡੇ ਵਰਗੇ ਨੇ। ਪਰ ਫਰਕ ਕਿਸ ਚੀਜ਼ ਦਾ ਹੈ? ਫਰਕ ਹੈ ਸਾਧ ਸੰਗਤ ਜੀ ਕਰਮਾਂ ਦਾ। ਉਹ ਜਿਹੜੇ ਕਰਮ ਕਰਦੇ ਨੇ ਉਹ ਸਾਡੇ ਨਾਲੋਂ ਵੱਖ ਹੁੰਦੇ ਨੇ। ਸਰੀਰ ਤਾਂ ਮਹਾਨ ਪੁਰਸ਼ਾਂ ਦਾ ਸਾਡੇ ਵਰਗਾ ਹੀ ਹੁੰਦਾ ਹੈ। ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਜੀ, ਸਤਿਗੁਰੂ ਰਵਿਦਾਸ ਮਹਾਰਾਜ ਜੀ, ਸਤਿਗੁਰੂ ਕਬੀਰ ਸਾਹਿਬ ਮਹਾਰਾਜ ਜੀ, ਸਾਧ ਸੰਗਤ ਜੀ ਇਹ ਵੀ ਇਨਸਾਨੀ ਰੂਪ ਦੇ ਵਿੱਚ ਆਏ, ਉਹੀ ਸਰੀਰ। ਪਰ ਸਤਿਗੁਰੂ ਜੀ ਫਰਮਾਉਂਦੇ ਨੇ ਭਾਈ ਇਸ ਸਰੀਰ ਦੇ ਨਾਲ ਜੋ ਕਰਮ ਹੈ ਨਾ, ਉਹ ਅਲੱਗ ਕਰਨੇ ਨੇ। ਉਹ ਐਸੇ ਕਰਨੇ ਨੇ ਕਿ ਹਮੇਸ਼ਾ ਸੱਚ ਦੇ ਕਰਮ ਹੀ ਕਰਨੇ ਨੇ। ਵਹਿਮਾਂ ਭਰਮਾਂ, ਅਡੰਬਰਾਂ, ਪਖੰਡਾਂ ਤੋਂ, ਨਸ਼ਿਆਂ ਤੋਂ, ਮੈਂ ਮੇਰੀ ਦੇ ਹੰਕਾਰ ਤੋਂ ਅਸੀਂ ਬਚ ਕੇ ਰਹਿਣਾ ਹੈ। ਕਹਿ ਰਵਿਦਾਸ ਛੂਟੀ ਸਭ ਆਸ, ਤਬ ਹਰ ਤਾਹੀਂ ਕੇ ਪਾਸ। ਆਤਮਾ ਥਿਰ ਪਈ ਤਬ ਹੀ ਨਿਦ ਪਾਈ। ਧੰਨ ਧੰਨ ਜਗਤ ਗੁਰੂ ਸਤਿਗੁਰੂ ਰਵਿਦਾਸ ਮਹਾਰਾਜ ਜੀ ਫਰਮਾ ਰਹੇ ਨੇ ਸਾਧ ਸੰਗਤ ਜੀ ਕਿ ਜਦੋਂ ਜੀਵ ਦੀਆਂ ਸਾਰੀਆਂ ਜੋ ਵਿਸ਼ੇ ਵਾਸ਼ਨਾਵਾਂ ਨੇ,
ਇੱਛਾਵਾਂ ਨੇ ਖਤਮ ਹੋ ਜਾਂਦੀਆਂ ਨੇ। ਜਦੋਂ ਇਨਸਾਨ ਦੇ ਅੰਦਰੋਂ ਇਹ ਜੋ ਹੰਕਾਰ ਹੈ, ਮੈਂ ਮੇਰੀ ਦਾ ਹੰਕਾਰ ਖਤਮ ਹੋ ਜਾਂਦਾ ਆ, ਜਦੋਂ ਇਨਸਾਨ ਆਪਣੀ ਮੈਂ ਨੂੰ ਮਾਰ ਲੈਂਦਾ ਸਾਧ ਸੰਗਤ ਜੀ, ਤਦ ਜੀਵ ਪ੍ਰਮਾਤਮਾ ਦੇ ਵਿੱਚ ਲੀਨ ਹੋ ਕੇ ਸਥਿਰ ਹੋ ਜਾਂਦਾ ਆ। ਉਸ ਸਮੇਂ ਸਰਵਉੱਚ ਨਿਧੀ ਰੂਪ ਪ੍ਰਭੂ ਦੀ ਪ੍ਰਾਪਤੀ ਹੋ ਜਾਂਦੀ ਹੈ। ਕਹਿ ਰਵਿਦਾਸ ਛੂਟੀ ਸਭ ਆਸ। ਇੱਕ ਭਾਈ ਜਿਹੜੀ ਇਹ ਮਾਇਆ ਦਾ ਲਾਲਚ, ਇਹ ਮਕਾਨ ਮੇਰਾ, ਇਹ ਘਰ-ਬਾਰ ਮੇਰਾ, ਇਹ ਧੀਆਂ ਪੁੱਤ ਮੇਰੇ, ਸਾਧ ਸੰਗਤ ਜੀ, ਜਦੋਂ ਇਸ ਤਰ੍ਹਾਂ ਦੀਆਂ ਇੱਛਾਵਾਂ ਖਤਮ ਹੁੰਦੀਆਂ ਨਾ, ਫਿਰ ਪ੍ਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ। ਤੇ ਇੱਕ ਵਾਰੀ ਨਿਗਾਹ ਮਾਰ ਕੇ ਦੇਖੋ ਸਾਧ ਸੰਗਤ ਜੀ, ਦੁਨੀਆ ਦੇ ਜਿੰਨੇ ਵੀ ਮਹਾਨ ਪੁਰਸ਼ ਹੋਏ ਨੇ, ਉਹ ਐਸੇ ਹੀ ਹੋਏ ਨੇ ਜਿਨ੍ਹਾਂ ਨੇ ਮੈਂ ਕਦੇ ਵੀ ਆਪਣੇ ਮਨ ਦੇ ਵਿੱਚ ਨਹੀਂ ਲਿਆਂਦੀ। ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਜੀ ਨੇ ਕਦੇ ਵੀ ਮੈਂ ਨਹੀਂ ਲਿਆਂਦੀ ਸਾਧ ਸੰਗਤ ਜੀ, ਕਦੇ ਆਪਣੇ ਬੱਚਿਆਂ ਦੀ ਪਰਵਾਹ ਨਹੀਂ ਕੀਤੀ। ਆਪਣਾ ਜੋ ਪਰਿਵਾਰ ਹੈ ਉਹ ਸਮਾਜ ਦੇ ਲਈ ਵਾਰ ਦਿੱਤਾ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਉਹਨਾਂ ਨੇ ਵੀ ਸਮਾਜ ਦੇ ਲਈ ਆਪਣਾ ਪੂਰਾ ਪਰਿਵਾਰ ਵਾਰ ਦਿੱਤਾ, ਬੇਗਮਪੁਰਾ ਵਸਾਉਣ ਦੇ ਲਈ। ਤੇ ਸੱਚੇ ਸਾਧ ਸੰਗਤ ਜੀ, ਜੋ ਸੱਚ ਦੇ ਮਾਰਗ ਤੇ ਚੱਲਦਾ ਆ, ਉਸ ਨੂੰ ਸਭ ਤੋਂ ਪਹਿਲਾਂ ਆਪਣੇ ਅੰਦਰੋਂ ਮੈਂ ਖਤਮ ਕਰਨੀ ਪੈਂਦੀ ਕਿ ਭਾਈ ਜੋ ਕੁਛ ਹੈ ਉਹ ਤੂੰ ਹੀ ਤੂੰ ਹੈ। ਉਹ ਆਪਣੇ ਲਈ ਕੁਝ ਨਹੀਂ ਜੇ ਕਰਦਾ। ਅਗਰ ਉਹ ਆਪਣੇ ਲਈ ਕੁਝ ਕਰਦਾ ਸਾਧ ਸੰਗਤ ਜੀ, ਉਹ ਗੁਰੂਆਂ ਦੇ ਦਿਖਾਏ ਮਾਰਗ ਤੇ ਚੱਲ ਕੇ ਉਹ ਸਭ ਤੋਂ ਪਹਿਲਾਂ ਆਪਣੇ ਅੰਦਰੋਂ ਸੱਚ ਦੀ ਖੋਜ ਕਰਦਾ ਹੈ। ਤੇ ਜਦੋਂ ਸੱਚ ਦੀ ਖੋਜ ਹੋ ਜਾਂਦੀ ਹੈ ਸਾਧ ਸੰਗਤ ਜੀ, ਫਿਰ ਉਹ ਸਭ ਦਾ ਹੀ ਭਲਾ ਮੰਗਦਾ ਆ। ਐਸਾ ਚਾਹੂੰ ਰਾਜ ਮੈਂ ਜਹਾਂ ਮਿਲੇ ਸਬਨ ਕੋ ਅੰਨ, ਛੋਟ ਬੜੇ ਸਭ ਸੰਭਸੈ ਰਵਿਦਾਸ ਰਹਿ ਪ੍ਰਸੰਨ। ਤੇ ਵੀ ਇੱਕ ਵਿਚਾਰ ਕਰਨ ਵਾਲੀ ਗੱਲ ਹੈ ਸਾਧ ਸੰਗਤ ਜੀ, ਦੁਨੀਆ ਦੇ ਜਿੰਨੇ ਵੀ ਮਹਾਨ ਪੁਰਸ਼ ਹੋਏ ਨੇ, ਚਾਹੇ ਉਹ ਧਾਰਮਿਕ ਜਗਤ ਦੇ ਵਿੱਚ ਨੇ, ਚਾਹੇ ਸਮਾਜਿਕ ਜਗਤ ਦੇ ਵਿੱਚ, ਸਾਧ ਸੰਗਤ ਜੀ, ਜਦੋਂ ਉਹਨਾਂ ਨੂੰ ਸੱਚ ਦੀ ਪ੍ਰਾਪਤੀ ਹੋਈ, ਉਹ ਘਰੇ ਬੈਠ ਕੇ ਵੀ ਆਪਣਾ ਜੀਵਨ ਦਾ ਆਨੰਦ ਮਾਣ ਸਕਦੇ ਸੀ, ਪਰ ਨਹੀਂ। ਸਾਧ ਸੰਗਤ ਜੀ, ਉਹ ਬਾਹਰ ਨਿਕਲੇ, ਉਹ ਸਮਾਜ ਦੇ ਲਈ ਲੜੇ ਨੇ। ਸਤਿਗੁਰੂ ਰਵਿਦਾਸ ਮਹਾਰਾਜ ਜੀ ਨੇ ਬਹੁਤ ਸਰੀਰਕ ਕਸ਼ਟ ਉਠਾਏ ਨੇ ਸਮਾਜ ਦੇ ਲਈ। ਜੋ ਉਸ ਸਮੇਂ ਦਾ ਪੁਜਾਰੀ ਵਰਗ ਸੀ ਸਾਧ ਸੰਗਤ ਜੀ, ਕਿੰਨਾ ਭੇਦਭਾਵ ਰੱਖਦਾ ਸੀ। ਉਸ ਭੇਦਭਾਵ ਦੇ ਖਿਲਾਫ, ਸਮਾਜਿਕ ਭੇਦਭਾਵ, ਰਾਜਨੀਤਿਕ ਭੇਦਭਾਵ, ਸਾਧ ਸੰਗਤ ਜੀ, ਕੋਈ ਸਿੱਖਿਆ ਦਾ ਅਧਿਕਾਰ ਨਹੀਂ ਸੀ। ਤੇ ਸਤਿਗੁਰਾਂ ਨੇ ਜੋ ਕ੍ਰਾਂਤੀਕਾਰੀ ਬਿਗਲ ਵਜਾਇਆ, ਤੇ ਰਾਜੇ ਦੀ ਕਚਹਿਰੀ ਦੇ ਵਿੱਚ ਕਈ ਵਾਰ ਹਾਜ਼ਰ ਹੋਣਾ ਪਿਆ ਸਾਧ ਸੰਗਤ ਜੀ। ਜੋ ਸਮੇਂ ਦਾ ਪੁਜਾਰੀ ਵਰਗ ਸੀ, ਦਿਖਾਵੇ ਵਾਲਾ ਪੁਜਾਰੀ ਵਰਗ, ਜੋ ਲੋਕਾਂ ਨੂੰ ਗੁੰਮਰਾਹ ਕਰਕੇ ਵਹਿਮਾਂ ਭਰਮਾਂ, ਅਡੰਬਰਾਂ, ਪਖੰਡਾਂ ਦੇ ਵਿੱਚ ਫਸਾ ਰਹੇ ਸਨ, ਐਸੇ ਪੁਜਾਰੀ ਵਰਗ ਨੇ ਸਤਿਗੁਰਾਂ ਦਾ ਵਿਰੋਧ ਕੀਤਾ। ਤੇ ਐਸੇ ਹੀ ਦਿਖਾਵੇ ਵਾਲੇ ਲੋਕਾਂ ਨੇ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਜੀ ਦਾ ਵਿਰੋਧ ਕੀਤਾ ਸਾਧ ਸੰਗਤ ਜੀ, ਕਿ ਜੋ ਵੀ ਸੱਚ ਦੇ ਰਸਤੇ ਤੇ ਚੱਲਦਾ ਆ, ਉਸ ਨੂੰ ਮੁਸੀਬਤਾਂ ਆਉਂਦੀਆਂ ਹੀ ਨੇ, ਪਰ ਉਹ ਘਬਰਾਉਂਦਾ ਨਹੀਂ ਹੈ, ਕਿਉਂਕਿ ਸਾਧ ਸੰਗਤ ਜੀ, ਜੋ ਸਮਾਜ ਦੇ ਲਈ ਅੱਗੇ ਹੋ ਕੇ ਚੱਲਦਾ, ਉਸ ਨੂੰ ਮੁਸ਼ਕਲਾਂ ਆਉਣੀਆਂ ਹੀ ਨੇ। ਤੇ ਸਤਿਗੁਰੂ ਜੀ ਇਹੀ ਸਮਝਾ ਰਹੇ ਨੇ, ਕਹਿ ਰਵਿਦਾਸ ਛੂਟੀ ਸਭ ਆਸ। ਤੇ ਭਾਈ ਇਹ ਵੀ ਦੇਖਿਆ ਆ ਕਿ ਜੋ ਸਮਾਜ ਦੇ ਲਈ ਲੜਦਾ ਆ, ਜਦੋਂ ਉਸ ਦੇ ਮਨ ਦੇ ਵਿੱਚ ਲਾਲਚ ਆ ਜਾਂਦਾ ਨਾ ਸਾਧ ਸੰਗਤ ਜੀ, ਉਸ ਦਾ ਜੋ ਜੀਵਨ ਉੱਥੇ ਖਤਮ ਹੋ ਜਾਂਦਾ ਹੈ। ਫਿਰ ਉਹ ਅੱਗੇ ਨਹੀਂ ਜੇ ਵੱਧ ਪਾਉਂਦਾ, ਕਿਉਂਕਿ ਉਹ ਆਪਣੀ ਇੱਛਾਵਾਂ ਬਾਰੇ ਸੋਚ ਬੈਠਦਾ ਹੈ, ਉਹ ਆਪਣੇ ਪਰਿਵਾਰ ਬਾਰੇ ਸੋਚ ਬੈਠਦਾ ਹੈ। ਪਰ ਸਤਿਗੁਰੂ ਜੀ ਫਰਮਾਉਂਦੇ ਨੇ, ਭਾਈ ਕਿਰਤ ਕਮਾਈਆਂ ਕਰੋ, ਇਮਾਨਦਾਰੀ ਦੀ ਰੋਟੀ ਕਮਾਓ, ਆਪਣੀ ਜ਼ਿੰਮੇਵਾਰੀਆਂ ਨਿਭਾਓ, ਪਰਿਵਾਰ ਪਾਲੋ, ਪਰ ਸੱਚ ਦੇ ਮਾਰਗ ਨੂੰ ਅਸੀਂ ਕਦੇ ਨਹੀਂ ਜੇ ਛੱਡਣਾ। ਆਤਮਾ ਥਿਰ ਪਈ ਤਬਿ ਨਿਧ ਪਾਈ, ਫੇਰ ਹੀ ਭਾਈ ਸਾਨੂੰ ਸੱਚ ਦੀ ਪ੍ਰਾਪਤੀ ਹੋਣੀ ਹੈ। ਤੇ ਆਓ ਸਾਧ ਸੰਗਤ ਜੀ, ਵਡਕਰਮਾਂ ਵਾਲੇ ਜੀਵਾਂ ਕੇ ਵਹਿਮਾਂ ਭਰਮਾਂ, ਅਡੰਬਰਾਂ, ਪਖੰਡਾਂ ਚੋਂ ਬਚਾ ਕੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਸਾਨੂੰ ਸੱਚ ਦੇ ਨਾਲ ਜੋੜ ਰਹੇ ਨੇ। ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਜੀ ਵਰਗੇ ਮਹਾਨ ਪੁਰਸ਼, ਵਿਦਵਾਨ ਸਾਨੂੰ ਮਿਲੇ ਨੇ। ਆਓ ਇਹਨਾਂ ਦੀ ਕਦਰ ਕਰੀਏ, ਇਹਨਾਂ ਦੇ ਦਿਖਾਏ ਮਾਰਗ ਤੇ ਚੱਲੀਏ। ਬਾਬਾ ਸਾਹਿਬ ਨੇ ਫਰਮਾਇਆ ਸੀ, ਪੜੋ। ਸਤਿਗੁਰੂ ਜੀ ਫਰਮਾਉਂਦੇ ਨੇ, ਮਾਧੋ ਅਵਿਦਿਆ ਹਿਤ ਕੀਨ, ਵਿਵੇਕ ਦੀਪ ਮਲੀਨ, ਸਤ ਵਿਦਿਆ ਕੋ ਪੜੈ ਪ੍ਰਾਪਤ ਕਰੈ ਸਦਾ ਗਿਆਨ, ਰਵਿਦਾਸ ਕਹੈ ਬਿਨ ਵਿਦਿਆ ਨਰਕੋ ਜਾਨ ਜਾਨ। ਕਿ ਭਾਈ ਸਿੱਖਿਆ ਤੋਂ ਬਗੈਰ ਅਸੀਂ ਕੁਝ ਵੀ ਨਹੀਂ ਹਾਂ। ਤੇ ਸਾਧ ਸੰਗਤ ਜੀ, ਸਿੱਖਿਆ ਚਾਹੇ ਸਕੂਲਾਂ ਕਾਲਜਾਂ ਦੀ ਹੋਵੇ, ਚਾਹੇ ਅਧਿਆਤਮਿਕਤਾ ਦੀ ਹੋਵੇ, ਸਕੂਲ ਕਾਲਜ ਜਾਣਾ ਬਹੁਤ ਜ਼ਰੂਰੀ ਹੈ, ਤਾਂ ਜੋ ਸਾਡੇ ਜੋ ਬੱਚੇ ਨੇ ਵੱਡੇ ਵੱਡੇ ਅਹੁਦਿਆਂ ਤੇ ਪਹੁੰਚਣ। ਤੇ ਸਾਧ ਸੰਗਤ ਜੀ, ਅਧਿਆਤਮਿਕ ਸਿੱਖਿਆ ਵੀ ਬਹੁਤ ਜ਼ਰੂਰੀ ਹੈ। ਕਿਤੇ ਇਹ ਨਾ ਹੋਵੇ ਸਾਡੇ ਜੋ ਬੱਚੇ ਨੇ ਉਹ ਮਾਨਸਿਕ ਗੁਲਾਮ ਹੋ ਜਾਣ। ਤੁਸੀਂ ਦੇਖਿਆ ਬਹੁਤ ਸਾਰੇ ਜੀਵ ਐਸੇ ਨੇ ਜੋ ਬੜੇ ਅੱਛੇ ਪੜ੍ਹੇ ਲਿਖੇ ਨੇ, ਪਰ ਮਨ ਦੇ ਵਿੱਚ ਸਾਧ ਸੰਗਤ ਜੀ ਵਹਿਮ ਭਰਮ ਉਹਨਾਂ ਦੇ, ਉਹ ਅਡੰਬਰਾਂ ਪਖੰਡਾਂ ਦੇ ਵਿੱਚ ਫਸੇ ਹੋਏ ਨੇ।
ਇਸ ਲਈ ਸਾਡੇ ਲਈ ਦੋਵੇਂ ਸਿੱਖਿਆਵਾਂ ਜ਼ਰੂਰੀ ਨੇ। ਅਸੀਂ ਸਕੂਲਾਂ ਕਾਲਜਾਂ ਦੇ ਵਿੱਚ ਵੀ ਬੱਚਿਆਂ ਨੂੰ ਖੂਬ ਪੜ੍ਹਾਉਣਾ ਹੈ। ਅਸੀਂ ਸਤਿਗੁਰ ਰਵਿਦਾਸ ਮਹਾਰਾਜ ਜੀ, ਸਤਿਗੁਰ ਨਾਮਦੇਵ ਜੀ, ਸਤਿਗੁਰ ਕਬੀਰ ਸਾਹਿਬ, ਸਤਿਗੁਰ ਸਦਨਾ ਜੀ, ਸਤਿਗੁਰ ਸੈਨ ਜੀ, ਇਹਨਾਂ ਮਹਾਨ ਪੁਰਸ਼ਾਂ ਦੀ ਗੁਰਬਾਣੀ ਨਾਲ ਵੀ ਅਸੀਂ ਬੱਚਿਆਂ ਨੂੰ ਜੋੜਨਾ ਆ, ਤਾਂ ਜੋ ਸਾਡੇ ਬੱਚੇ ਕਿਤੇ ਅਡੰਬਰਾਂ ਪਖੰਡਾਂ ਦੇ ਗੁਲਾਮ ਨਾ ਹੋ ਜਾਣ। ਤੇ ਬਾਬਾ ਸਾਹਿਬ ਦਾ ਦੂਸਰਾ ਉਪਦੇਸ਼ ਸੀ ਸਾਧ ਸੰਗਤ ਜੀ ਜੁੜੋ। ਸਤਿਗੁਰ ਜੀ ਫਰਮਾਉਂਦੇ ਨੇ ਸਤ ਸੰਗਤ ਮਿਲ ਰਹੀ ਹੈ ਮਾਧੋ ਜੈਸੇ ਮਧੂਮੱਖੀ ਰਾ, ਕਿ ਭਾਈ ਆਪਸ ਦੇ ਵਿੱਚ ਇਕੱਠੇ ਹੋ ਜਾਓ। ਅਸੀਂ ਸੱਚ ਦੇ ਨਾਲ ਜੁੜ ਕੇ ਰਹਿਣਾ ਹੈ, ਸਤ ਸੰਗਤ ਦੇ ਵਿੱਚ ਬੈਠਣਾ ਜਾ ਕੇ, ਤੇ ਸੱਚ ਨਾਲ ਜੁੜਨਾ ਸਾਧ ਸੰਗਤ ਜੀ, ਝੂਠ ਨਾਲ ਨਹੀਂ। ਇਹ ਵਹਿਮਾਂ ਭਰਮਾਂ ਅਡੰਬਰਾਂ ਪਖੰਡਾਂ ਨਸ਼ਿਆਂ ਨਾਲ ਨਹੀਂ ਜੇ ਜੁੜਨਾ, ਸੀ ਸੱਚ ਨਾਲ ਜੁੜਨਾ ਆ। ਤੇ ਸੱਚ ਨਾਲ ਜਦੋਂ ਜੁੜਾਂਗੇ ਫਿਰ ਜਿਵੇਂ ਬਾਬਾ ਸਾਹਿਬ ਨੇ ਫਰਮਾਇਆ ਸੀ ਸੰਘਰਸ਼ ਕਰੋ। ਸਤਿਗੁਰ ਜੀ ਫਰਮਾਉਂਦੇ ਨੇ ਪਰਾਧੀਨਤਾ ਪਾਪ ਹੈ ਜਾਣ ਲਿਓ ਰਹਿ ਮੀਤ, ਰਵਿਦਾਸ ਦਾਸ ਪਰਾਧੀਨ ਸੋ ਕੌਣ ਕਰੈ ਹੈ ਪ੍ਰੀਤ, ਕਿ ਭਾਈ ਗੁਲਾਮਾਂ ਨਾਲ ਕੋਈ ਪਿਆਰ ਨਹੀਂ ਜੇ ਕਰਦਾ। ਸਾਧ ਸੰਗਤ ਜੀ ਚਾਹੇ ਗੁਲਾਮੀ ਮਾਨਸਿਕ ਹੋਵੇ ਅਡੰਬਰਾਂ ਪਖੰਡਾਂ ਦੀ, ਚਾਹੇ ਗੁਲਾਮੀ ਸਰੀਰਕ ਹੋਵੇ, ਸਤਿਗੁਰ ਜੀ ਫਰਮਾਉਂਦੇ ਗੁਲਾਮੀ ਹਰ ਪ੍ਰਕਾਰ ਦੀ ਮਾੜੀ ਹੈ। ਤੇ ਇਸ ਗੁਲਾਮੀ ਤੋਂ ਬਾਹਰ ਆਉਣ ਵਾਸਤੇ ਅਸੀਂ ਸੰਘਰਸ਼ ਕਰਨਾ ਆ। ਜਦੋਂ ਸੰਘਰਸ਼ ਕਾਮਯਾਬ ਹੋ ਗਿਆ ਫਿਰ ਅਸੀਂ ਸਭ ਦਾ ਹੀ ਭਲਾ ਮੰਗਣਾ ਹੈ। ਐਸਾ ਚਾਹੂੰ ਰਾਜ ਮੈਂ ਜਹਾਂ ਮਿਲੇ ਸਬਨ ਕੋ ਅੰਨ, ਛੋਟ ਬੜੇ ਸਭ ਸੰਬਸੈ ਰਵਿਦਾਸ ਰਹਿ ਪ੍ਰਸੰਨ, ਪਰ ਕਾ ਬੁਰਾ ਨਾ ਰੱਖੋ ਚੀਤ ਤੁਮਕੋ ਦੁੱਖ ਨਹੀਂ ਪਾਈ ਮੀਤ, ਕਿ ਭਾਈ ਸਭ ਦਾ ਭਲਾ ਮੰਗਿਆ ਕਰ। ਸਤਿਗੁਰ ਜੀ ਫਰਮਾਉਂਦੇ ਭਾਈ ਜੋ ਸਭ ਦਾ ਭਲਾ ਸੋਚਦਾ ਆ, ਸਭ ਦਾ ਭਲਾ ਕਰਦਾ, ਪ੍ਰਮਾਤਮਾ ਸਭ ਤੋਂ ਪਹਿਲਾਂ ਉਸੇ ਦਾ ਹੀ ਭਲਾ ਕਰਦਾ ਹੈ। ਸੋ ਆਓ ਸਾਧ ਸੰਗਤ ਜੀ ਵਹਿਮਾਂ ਭਰਮਾਂ ਅਡੰਬਰਾਂ ਪਖੰਡਾਂ ਤੋਂ ਬਚੀਏ, ਆਪਣੇ ਅੰਦਰੋਂ ਸੱਚ ਦੀ ਖੋਜ ਕਰੀਏ। ਤੇ ਜੋ ਰਸਤਾ ਸਾਨੂੰ ਸਤਿਗੁਰੂ ਜੀ ਦਿਖਾ ਰਹੇ ਨੇ ਕਿ ਭਾਈ ਅਡੰਬਰਾਂ ਪਖੰਡਾਂ ਨੂੰ ਭਗਤੀ ਨਹੀਂ ਜੇ ਕਹਿੰਦੇ, ਹੱਥਾਂ ਨਾਲ ਕਿਰਤ ਕਮਾਈਆਂ ਕਰੋ, ਇਮਾਨਦਾਰੀ ਦੀ ਰੋਟੀ ਕਮਾਓ, ਜੀਵਾਂ ਨਾਲ ਉਸ ਪ੍ਰਮਾਤਮਾ ਦਾ ਸਿਮਰਨ ਕਰੋ ਤੇ ਸਭ ਦਾ ਭਲਾ ਕਰੀਏ। ਸਾਧ ਸੰਗਤ ਜੀ ਸਭ ਦਾ ਭਲਾ ਲੋਚੀਏ। ਇੰਨੀਆਂ ਕ ਬੇਨਤੀਆਂ ਜਿਹਦੀਆਂ ਪ੍ਰਵਾਨ ਕਰਨਾ, ਹੋਈਆਂ ਭੁੱਲਾਂ ਚੁੱਕਾਂ ਦੀਆਂ क्षमा। ਜੋ ਤੇਰੀ ਸ਼ਰਨਾਗਤਾ ਤਿਨ ਨਾਹੀ ਪਾਰ, ਊਚ ਨੀਚ ਤੁਮ ਤੇ ਤਰੇ ਆਲਜ ਸੰਸਾਰ। ਸ਼ਲੋਕ ਹਰ ਸੋ ਹੀਰਾ ਚਾੜ ਕੈ ਕਰਹਿ ਆਨ ਕੀ ਆਸ, ਤੇ ਨਰ ਦੋਜਕ ਜਾਹਿੰਗੇ ਸਤ ਪਾਖੈ ਰਵਿਦਾਸ। ਤੇ ਨਰ ਦੋਜਕ ਜਾਹਿੰਗੇ ਸਤ ਪਾਖੈ ਰਵਿਦਾਸ। ਜਪੋ ਜੀ ਸਤਨਾਮ 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 ਸੋਹੰ ਸਤਨਾਮ, ਜੋ ਬੋਲੇ ਸੋ ਨਿਰਭੈ। ਜਗਤ ਗੁਰੂ ਸਤਿਗੁਰ ਰਵਿਦਾਸ ਮਹਾਰਾਜ ਜੀ ਕੀ ਜੈ। ਜੈ ਗੁਰਦੇਵ ਧੰਨ ਗੁਰਦੇਵ ਸਤ।